ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਰਾਰੇ ਸਤਿਸੰਗੀਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਹਰ ਸੋਮਵਾਰ ਸਾਡਾ ਜੋ ਸਬਜੈਕਟ ਹੈ, ਵਿਸ਼ਾ ਹੈ, ਉਹ ਸਵਾਲ ਜਵਾਬ ਦਾ ਹੁੰਦਾ ਹੈ। ਜੋ ਸਵਾਲ ਆਪ ਜੀ ਭੇਜਦੇ ਹੋ ਉਹਨਾਂ ਸਵਾਲਾਂ ਨੂੰ ਵਿਚਾਰ ਕੇ ਆਪੋ ਵਿੱਚ ਉਹਦੀ ਇੱਕ ਰਾਏ ਬਣਾ ਕੇ ਜਵਾਬ ਦੇਣ ਦਾ ਯਤਨ ਕਰਦੇ ਹਾਂ। ਹਰ ਵਾਰੀ ਬੇਨਤੀ ਕਰਦੇ ਹਾਂ ਕਿ ਇਹ ਜਵਾਬ ਫਾਈਨਲ ਨਹੀਂ ਹੁੰਦੇ। ਜਿੰਨੀ ਕੁ ਸਮਝ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਮੁਤਾਬਕ ਵਿਵੇਕ ਬੁੱਧੀ ਦੀ ਇਸਤੇਮਾਲ ਕਰਕੇ ਜੋ ਸਮਝ ਆਉਂਦੀ ਹੈ ਉਹ ਆਪ ਜੀ ਨਾਲ ਸਾਂਝੇ ਕਰ ਦਈਦੇ ਹਾਂ। ਇਸ ਤੋਂ ਬਾਅਦ ਵੀ ਜੇ ਕਿਸੇ ਦੀ ਸ਼ੰਕਾ ਹੋਵੇ ਜਾਂ ਤਸੱਲੀ ਨਾ ਹੋਵੇ ਤਾਂ ਦੁਬਾਰਾ ਵੀ ਸਵਾਲ ਭੇਜ ਸਕਦੇ ਹਾਂ, ਫਿਰ ਵੀ ਦੁਬਾਰਾ ਉਹਦੇ ਤੇ ਵਿਚਾਰ ਕੀਤੀ ਜਾ ਸਕਦੀ ਹੈ। ਇਹ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀ ਰਾਜਾ ਸਿੰਘ ਜੀ ਨਿਭਾ ਰਹੇ ਹਨ। ਅੱਜ ਦੀ ਇਸ ਸਵਾਲ ਜਵਾਬ ਦੀ ਸ਼ੁਰੂਆਤ ਲਈ ਮੈਂ ਬੇਨਤੀ ਕਰ ਰਿਹਾ ਵੀ ਰਾਜਾ ਸਿੰਘ ਜੀ ਨੂੰ ਇਹ ਸੈਸ਼ਨ ਕਿਰਪਾ ਕਰਕੇ ਆਰੰਭ ਕੀਤਾ ਜਾਏ। ਵੀ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਿੰਘ ਜੀ ਮਾਈਕ ਮਿਊਟ ਹੈ ਤੁਹਾਡਾ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਜੀਓ ਆਇਆਂ ਅੱਜ ਦੇ ਸਵਾਲ ਜਵਾਬ ਸੈਸ਼ਨ ਵਿੱਚ। ਤੋਂ ਆਪ ਜੀ ਵੱਲੋਂ ਭੇਜੇ ਸਵਾਲ ਜੋ ਵੱਖ-ਵੱਖ ਵਿਸ਼ਿਆਂ ਤੇ ਨੇ ਉਹ ਆਪਾਂ ਰਲ ਮਿਲ ਕੇ ਸਾਰਿਆਂ ਨੇ ਸਾਂਝੀਆਂ ਕਰਨਾ। ਪਰ ਉਸ ਤੋਂ ਪਹਿਲਾਂ ਜਿਹੜੇ ਪੈਨਲ ਮੈਂਬਰਸ ਹਾਜ਼ਰ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਸੰਗਤ ਨਾਲ ਫਤਿਹ ਸਾਂਝੀ ਕਰ ਲੈਣ ਜੀ। ਵੀਰ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਵੀਰ ਤੇਜਿੰਦਰ ਸਿੰਘ ਜੀ। ਤੇਜਿੰਦਰ ਸਿੰਘ ਅਨਮਿਊਟ ਕਰ ਲਓ। ਤੇਜਿੰਦਰ ਸਿੰਘ ਜੀ। ਉਹ ਕਿਹੜੇ ਅੱਗੇ ਪਿੱਛੇ ਹੋ ਗਏ ਲੱਗਦੇ ਨੇ ਥੋੜੇ। ਅੱਛਾ ਜੀ, ਚਲੋ ਵੀਰ ਤੇਜਿੰਦਰ ਸਿੰਘ ਹਾਜ਼ਰ ਤਾਂ ਹਨ। ਹਾਂ ਹੈਗੇ ਨੇ ਪਰ ਉਹਨਾਂ ਦੀ ਵੀਡੀਓ ਆਫ ਹੈ, ਥੋੜਾ ਅੱਗੇ ਅੱਛਾ। ਪਿੱਛੇ ਗਏ ਹੋਣੇ ਕਿਤੇ ਨੇੜੇ। ਠੀਕ ਹੈ ਜੀ, ਕੋਈ ਨਹੀਂ ਜੁਆਇਨ। ਬਾਕੀ ਜਿਹੜੇ ਮੈਂਬਰਸ ਨੇ ਉਹ ਜੁਆਇਨ ਕਰ ਲੈਣਗੇ ਜੀ। ਫਿਲਹਾਲ ਜੁਆਇਨ ਨਹੀਂ ਕੀਤੇ ਨਾ ਸਜਗੀਰ ਸਿੰਘ, ਨਾ ਕੇਕਰ ਸਿੰਘ ਜੀ, ਨਾ ਹੀ ਮਨਮੋਹਨ ਸਿੰਘ ਜੀ। ਤੋ ਚਲੋ ਆਓ ਆਪਾਂ ਸਾਧ ਸੰਗਤ ਜੀ ਸਮਾਂ ਨਾ ਗਵਾਉਂਦੇ ਹੋਏ ਸ਼ੁਰੂ ਕਰਦੇ ਹਾਂ ਜੀ। ਆਪ ਜੀ ਵੱਲੋਂ ਭੇਜੇ ਸਵਾਲ ਵੱਖ-ਵੱਖ ਵਿਸ਼ਿਆਂ ਤੇ ਹਨ। ਕੁਝ ਸਵਾਲ ਐਸੇ ਵੀ ਸਾਧ ਸੰਗਤ ਜੀ ਆ ਜਾਂਦੇ ਨੇ ਜਿਹੜੇ ਪਹਿਲਾਂ ਡਿਸਕਸ ਹੋ ਚੁੱਕੇ ਆ। ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਐਸਾ ਵੀ ਹੋ ਸਕਦਾ ਵੀ ਉਸ ਜਿਸ ਦਿਨ ਸਵਾਲ ਡਿਸਕਸ ਹੋਇਆ ਉਹ ਜਿਹਨਾਂ ਨੇ ਸਵਾਲ ਕੀਤਾ ਉਸ ਦਿਨ ਉਹ ਹਾਜ਼ਰ ਨਾ ਹੋਣ ਜਾਂ ਉਹਨਾਂ ਨੇ ਚੰਗੀ ਤਰ੍ਹਾਂ ਉਹਨੂੰ ਬਾਅਦ 'ਚ YouTube ਤੇ ਸੁਣਿਆ ਨਾ ਹੋਵੇ। ਤਾਂ ਐਸੀ ਕੋਈ ਗੱਲ ਨਹੀਂ ਹੈ। ਉਹਨਾਂ ਬਾਰੇ ਵੀ ਕਈ ਵਾਰੀ ਤਾਂ ਜਿਹੜੇ ਸਾਨੂੰ ਉਂਝ ਸੁਨੇਹਾ ਆ ਜਾਂਦਾ ਵੀ ਇਹ ਸਵਾਲ ਤੁਸੀਂ ਲਿਆ ਨਹੀਂ, ਤੇ ਫਿਰ ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਬਈ ਜੇ ਲੱਭ ਜਾਏ ਤਾਂ ਅਸੀਂ ਉਹ ਤਰੀਕ ਲੱਭ ਕੇ ਉਹਨਾਂ ਨੂੰ ਦੱਸ ਦਿੰਦੇ। ਤੋ ਐਨੀ ਹੋ ਆਓ ਆਪਾਂ ਜਿਹੜੇ ਸਵਾਲ ਨਵੇਂ ਆਏ ਨੇ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਰਲ ਕੇ ਡਿਸਕਸ ਕਰਦੇ ਹਾਂ। ਤੋ ਸਾਧ ਸੰਗਤ ਜੀ ਸਭ ਤੋਂ ਪਹਿਲਾ ਸਵਾਲ ਜਿਹੜਾ ਉਹ ਗੁਰਬਾਣੀ ਦਾ ਬਾਬਾ ਫਰੀਦ ਜੀ ਦਾ ਸ਼ਲੋਕ ਹੈ। ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਬਾਬਾ ਕਬੀਰ ਜੀ ਦੇ ਜਿਹੜੇ ਸ਼ਬਦ ਨੇ, ਇੱਕ ਸ਼ਬਦ ਹਰ ਸ਼ੁੱਕਰਵਾਰ ਇਸੇ ਕਰਕੇ ਲਿਆ ਜਾਂਦਾ ਹੈ ਕਿ ਉਹ ਸ਼ਬਦ ਚੁਣੇ ਗਏ ਨੇ ਜਿਨ੍ਹਾਂ ਦੀ ਸ਼ਬਦਾਵਲੀ ਥੋੜ੍ਹੀ ਜਿਹੀ ਆਮ ਨਾਲੋਂ ਔਖੀ ਲੱਗਦੀ ਹੈ ਸਾਨੂੰ ਪੜ੍ਹਨ 'ਚ। ਇਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਔਰ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸ਼ਬਦ ਜਾਂ ਸ਼ਲੋਕ ਨੇ
ਇਹਨਾਂ ਵਿੱਚ ਆਪਾਂ ਦੇਖਦੇ ਹਾਂ ਕਿ ਬੜੇ ਡੂੰਘੇ ਭਾਵ ਹੁੰਦੇ ਨੇ। ਸਿੱਧੇ ਸਰਲ ਸ਼ਬਦੀ ਅਰਥ ਨਾਲੋਂ ਸ਼ਬਦ ਭਾਵ ਜਿਹੜਾ ਹੈ ਉਹ ਬੜਾ ਹੁੰਦਾ, ਡੂੰਘਾ ਹੁੰਦਾ। ਇਸ ਲਈ ਉਹਨੂੰ ਸਮਝਣ ਲਈ ਕਈ ਵਾਰੀ ਤੇ ਬਾਰ-ਬਾਰ ਪੜ੍ਹਨਾ ਪੈਂਦਾ, ਪਰ ਫਿਰ ਵੀ ਉਹਨੂੰ ਸਮਝਣ ਦੀ ਲੋੜ ਹੈ। ਅਜਿਹਾ ਇੱਕ ਸ਼ਲੋਕ ਜਿਹੜਾ ਆਮ ਅਸੀਂ ਪੜ੍ਹਦੇ ਹਾਂ ਕਿ ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਤੋ ਇਹਦੇ ਵਿੱਚ ਇਹਦਾ ਭਾਵ ਕੀ ਹੈ? ਕਿਉਂਕਿ ਸ਼ਬਦੀ ਅਰਥ ਤਾਂ ਜਿਹੜੇ ਅਗਰ ਅੱਖਰੀ ਅਰਥ ਕਰੀਏ ਉਹ ਤਾਂ ਹੋਰ ਹੀ ਕੁਝ ਬਣਦੇ ਨੇ, ਪਰ ਭਾਵ ਕੁਝ ਹੋਰ ਹੈ। ਉਹ ਮੈਂ ਵੀਰ MPC ਨੂੰ ਬੇਨਤੀ ਕਰਾਂਗਾ ਕਿ ਉਹ ਕਿਰਪਾ ਕਰਕੇ ਸਾਧ ਸੰਗਤ ਜੀ ਆ ਦੇਖੋ ਉਹ ਸ਼ਬਦ ਜਿਹੜਾ ਇਹ ਸ਼ਲੋਕ ਜਿਹੜਾ ਬਾਬਾ ਫਰੀਦ ਜੀ ਦਾ ਉਹ ਤੁਹਾਡੇ ਸਾਹਮਣੇ ਡਿਸਪਲੇ ਹੋ ਗਿਆ। ਤੋ ਹੁਣ ਵੀਰ MP ਸਿੰਘ ਜੀ ਇਹਦਾ ਭਾਵ ਸਾਨੂੰ ਦੱਸਣਗੇ। ਹਾਂਜੀ ਸਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਜਿਹੜਾ ਸਵਾਲ ਜਿਸ ਸ਼ਲੋਕ ਬਾਰੇ ਆਇਆ ਹੈ ਉਹਦਾ ਇੱਕ ਵਾਰੀ ਪਹਿਲਾਂ ਪਾਠ ਕਰ ਲੈਂਦੇ ਹਾਂ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪੈਦਾ ਲੋੜੈ ਪੱਟ। ਉਹ ਜੋ ਅਖਰੀ ਅਰਥ ਹਨ ਪਹਿਲਾਂ ਉਹ ਕਰ ਲੈਂਦੇ ਹਾਂ। ਤੇ ਲੋੜੈ ਤੋਂ ਭਾਵ ਹੈ ਲੋੜਦਾ ਹੈ, ਚਾਹੁੰਦਾ ਹੈ, ਲੱਭਦਾ ਹੈ, ਇੱਛਾ ਰੱਖਦਾ ਹੈ। ਦਾਖ, ਦਾਖ ਕਹਿੰਦੇ ਹਨ ਕਿ ਕਿਸਮ ਦੇ ਛੋਟੇ ਅੰਗੂਰ ਨੂੰ ਜਿਹੜਾ ਸਵਾਦ ਵਿੱਚ ਆਮ ਸਧਾਰਨ ਅੰਗੂਰਾਂ ਨਾਲੋਂ ਜ਼ਿਆਦਾ ਸਵਾਦ ਹੁੰਦਾ ਹੈ। ਅਤੇ ਇਹ ਅਫਗਾਨਿਸਤਾਨ ਦੇ ਸਵਾਤ ਇਲਾਕੇ ਦੀ ਇੱਕ ਜਗ੍ਹਾ ਹੈ ਬਜੌਰ, ਜਿੱਥੇ ਇਹ ਵਾਲੀ ਦਾਖਾਂ ਹੁੰਦੀਆਂ ਹਨ ਜਿਹੜੀਆਂ ਖਾਸ ਸਭ ਤੋਂ ਉੱਤਮ ਸਵਾਦ ਵਾਲੀਆਂ ਮੰਨੀਆਂ ਜਾਂਦੀਆਂ ਹਨ। ਕਿੱਕਰ ਸਾਰੇ ਜਾਣਦੇ ਹੀ ਹਨ ਕਿ ਕਿੱਕਰ ਦਾ ਪੇੜ ਹੁੰਦਾ ਹੈ ਜਿਹਦੀ ਦਾਤਨ ਵੀ ਲੋਕੀ ਉਹਦੀ ਡੰਡੀਆਂ ਦੀ ਲਾ ਕੇ ਕਰਦੇ ਹਨ ਤੇ ਉਹਨਾਂ ਡੰਡੀਆਂ ਦੇ ਨਾਲ ਔਰ ਟਾਹਣੀਆਂ ਦੇ ਨਾਲ ਕੰਡੇ ਵੀ ਲੱਗੇ ਹੁੰਦੇ ਹਨ। ਬੀਜਦਾ ਹੈ ਜੱਟ ਕਿਸਾਨ। ਸੋ ਪਹਿਲੀ ਪੰਕਤੀ 'ਚ ਜੋ ਅਖਰੀ ਅਰਥ ਹਨ ਪਹਿਲੀ ਪੰਕਤੀ ਦੇ, ਫਰੀਦ ਜੀ ਕਹਿੰਦੇ ਹਨ ਕਿ ਬਈ ਜੱਟ ਦੀ ਇਸ ਗੱਲ ਦੇ ਨਾਲ ਥੋੜਾ ਜਿਹਾ ਉਹ ਆਪਣੀ ਹੈਰਾਨੀ ਜ਼ਾਹਰ ਕਰ ਰਹੇ ਹਨ ਕਿ ਇਹ ਕਿਹੋ ਜਿਹੀ ਗੱਲ ਕਰ ਰਿਹਾ ਹੈ ਕਿ ਬਈ ਬੀਜਦਾ ਤਾਂ ਉਹ ਕਿੱਕਰ ਹੈ, ਪਰ ਚਾਹੁੰਦਾ ਹੈ ਕਿ ਉਹਨੂੰ ਇਸ ਕਿੱਕਰ ਦੇ ਪੇੜ ਤੋਂ ਬਿਜੌਰੀ ਦਾਖਾਂ ਲੱਭ ਜਾਣ। ਅਗਲੀ ਦੂਜੀ ਲਾਈਨ ਜਿਹੜੀ ਹੈ ਉਹ ਵੀ ਉਸੇ ਹੀ ਢੰਗ ਦੇ ਨਾਲ ਇੱਕ ਹੋਰ ਮਿਸਾਲ ਵਰਤ ਕੇ ਤੇ ਫਰੀਦ ਜੀ ਉਹਦੇ 'ਚ ਵੀ ਇੱਕ ਅਚਰਜਤਾ ਵਾਲੀ ਗੱਲ ਜਿਹੜੀ ਹੈ ਉਹ ਸਾਨੂੰ ਸਮਝਾ ਰਹੇ ਹਨ ਕਿ ਹੰਡੈ ਉਨ ਕਤਾਇਂਦਾ, ਪੈਦਾ ਲੋੜੈ ਪੱਟ। ਹੰਡੈ ਤੋਂ ਭਾਵ ਹੁੰਦਾ ਹੰਡਾਣਾ, ਵਰਤਣਾ, ਕਿਸੇ ਚੀਜ਼ ਨੂੰ ਯੂਜ਼ ਕਰਨਾ। ਉਹਦੇ ਉਨ ਕਤਾਇਂਦਾ, ਉਨ ਜਿਵੇਂ ਪੁਰਾਣੇ ਜ਼ਮਾਨੇ 'ਚ ਅੱਜ ਕੱਲ੍ਹ ਤਾਂ ਬਾਜ਼ਾਰਾਂ 'ਚੋਂ ਅਸੀਂ ਖਰੀਦਦੇ ਹਾਂ ਜਾਂ ਇਨਫੈਕਟ ਅਸੀਂ ਤਾਂ ਹੁਣ ਖਰੀਦਣੀ ਵੀ ਬੰਦ ਕਰਤੀ। ਹੁਣ ਤਾਂ ਰੈਡੀਮੇਡ ਹੀ ਉਨ ਦੇ ਸਵੈਟਰ ਜਾਂ ਹੋਰ ਜਿਹੜੇ ਵੀ ਕੱਪੜੇ ਨੇ ਅਸੀਂ ਬਣੇ ਬਣਾਏ ਬਾਜ਼ਾਰੋਂ ਲੈ ਲੈਂਦੇ ਹਾਂ। ਪੁਰਾਣੇ ਜ਼ਮਾਨੇ ਦੇ ਅੰਦਰ ਪਹਿਲਾਂ ਲੇਡੀਜ਼ ਘਰ ਦੇ ਅੰਦਰ ਹੀ ਉਨ ਲਿਆ ਕੇ ਤੇ ਫਿਰ ਉਹਨਾਂ ਦੀ ਸਿਲਾਈਆਂ ਦੇ ਨਾਲ ਬੁਣਾਈ ਕਰਦੀਆਂ ਸਨ ਤੇ ਸਵੈਟਰ ਜਾਂ ਹੋਰ ਚੀਜ਼ਾਂ, ਜੁਰਾਬਾਂ, ਦਸਤਾਨੇ ਆਦਿ ਚੀਜ਼ਾਂ ਉਨ ਦੀਆਂ ਘਰ ਬਣਾਈਆਂ ਜਾਂਦੀਆਂ ਸਨ। ਪਰ ਉਨ ਬੰਦੀ ਕਿੱਥੋਂ ਸੀਗੀ? ਉਹ ਭੇਡਾਂ ਦੀ ਜਿਹੜੀ ਖਲ ਦੇ ਉੱਤੋਂ ਜਿਹੜੇ ਉਹਨਾਂ ਦੇ ਵਾਲ ਭੇਡਾਂ ਦੇ ਹੁੰਦੇ ਸੀ ਉਹਦੇ ਉੱਤੋਂ ਜਿਹੜੀਆਂ ਚੀਜ਼ਾਂ ਉਹ ਲੱਦੀ ਉਨ ਉੱਥੋਂ ਲੱਥਦੀ, ਫਿਰ ਉਹਨੂੰ ਕੱਤ ਕੇ ਤੇ ਉਹਦੇ ਡੋਰੀ ਜੀ ਬਣਾਈ ਜਾਂਦੀ ਸੀ ਜਿਹੜੀ ਫਿਰ ਅੱਗੇ ਬੁਣਾਈ ਵਾਸਤੇ ਸੂਟੇਬਲ ਬਣ ਜਾਂਦੀ ਸੀ। ਤੇ ਉਹਨਾਂ ਨੂੰ ਪਹਿਲੇ ਕੱਤਣਾ ਪੈਂਦਾ ਸੀਗਾ ਜੇ ਉਸਨੂੰ ਵਰਤਣ ਤੋਂ ਪਹਿਲਾਂ। ਤੋ ਫਰੀਦ ਜੀ ਗੱਲ ਕਰਦੇ ਹਨ ਕਿ ਬਈ ਬੰਦਾ, ਬੜੀ ਹੈਰਾਨੀ ਦੀ ਗੱਲ ਹੈ ਕਿ ਬਈ ਸਾਰੀ ਉਮਰ ਉਨ ਕੱਤਦਾ ਰਹਿੰਦਾ ਹੈ ਤੇ ਲੇਕਿਨ ਚਾਹੁੰਦਾ ਹੈ ਕਿ ਵੀ ਮੈਂ ਰੇਸ਼ਮੀ ਕੱਪੜੇ ਪਾਉਂ। ਪੱਟ ਦਾ ਭਾਵ ਹੁੰਦਾ ਰੇਸ਼ਮ ਤੇ ਪੈਦਾ ਲੋੜ ਹੈ ਪੱਟ। ਚਾਹੁੰਦਾ ਇਹ ਹੈ ਕਿ ਪਾਉਣ ਨੂੰ ਮੈਨੂੰ ਰੇਸ਼ਮੀ ਕੱਪੜਾ ਮਿਲੇ। ਕੰਮ ਤਾਂ ਉਹ ਕਰ ਰਿਹਾ ਹੈ ਕਿ ਵੀ ਉਨ ਕੱਤਦਾ ਹੈ, ਪਰ ਜੇ ਉਨ ਕੱਤੇਗਾ ਤੇ ਫਿਰ ਉਨ ਦੇ ਹੀ ਕੱਪੜੇ ਤਿਆਰ ਹੋਣਗੇ। ਜੇ ਰੇਸ਼ਮੀ ਕੱਪੜੇ ਚਾਹੀਦੇ ਨੇ ਤਾਂ ਫਿਰ ਕਿਤੋਂ ਰੇਸ਼ਮ ਪ੍ਰੋਕਿਓਰ ਕਰਨਾ ਪਏਗਾ, ਉਹ ਲੱਭਣਾ ਪਏਗਾ। ਰੇਸ਼ਮ ਲਿਆਏਗਾ ਨਹੀਂ ਤੇ ਰੇਸ਼ਮੀ ਕੱਪੜਾ ਕਿੱਥੋਂ ਬਣੇਗਾ? ਸੋ ਇਹਨਾਂ ਦੋਨਾਂ ਪੰਕਤੀਆਂ ਦੇ ਅੰਦਰ ਇੱਕ ਹੈਰਾਨੀ ਵਾਲੀ ਗੱਲ ਫਰੀਦ ਜੀ ਨੇ ਪੇਸ਼ ਕੀਤੀ ਹੈ। ਇਹ ਤਾਂ ਖਾਲੀ ਅਖਰੀ ਅਰਥ ਦੀ ਗੱਲ ਹੋ ਗਈ। ਹੁਣ ਇਹਦਾ ਗੁਰਬਾਣੀ ਪੜ੍ਹਨ ਵਾਲੇ ਬੰਦੇ ਵਾਸਤੇ ਭਾਵ ਕੀ ਹੈ?
ਗੁਰਬਾਣੀ ਦੇ ਅੰਦਰ ਜੋ ਗੱਲਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਮੁੱਖ ਮਕਸਦ ਹੁੰਦਾ ਹੈ ਇਨਸਾਨ ਦੀ ਮਾਨਸਿਕ ਅਵਸਥਾ ਨੂੰ, ਉਹਦੀ ਆਤਮਿਕ ਤਰੱਕੀ ਵਾਸਤੇ ਉਹਨੂੰ ਤਿਆਰ ਕਰਨਾ, ਉਹਨੂੰ ਐਸੀ ਸਿਹਤ ਦੇਣੀ ਜਿਹੜੀ ਉਹਦੇ ਮਨੁੱਖਾ ਜੀਵਨ ਦਾ ਜੋ ਅਸਲ ਮਨੋਰਥ ਹੈ ਉਸ ਵਾਲੇ ਪਾਸੇ ਉਹਨੂੰ ਪ੍ਰੇਰਨਾ ਦੇ ਕੇ ਤੇ ਉਹਨੂੰ ਸੋਝੀ ਬਖਸ਼ਣੀ, ਤਾਂ ਕਿ ਉਹਦੇ ਜੀਵਨ ਦੇ ਅੰਦਰ, ਉਹਦੀ ਸੋਚ ਦੇ ਅੰਦਰ ਤਬਦੀਲੀ ਆ ਜਾਵੇ, ਬਦਲਾਅ ਆ ਜਾਵੇ। ਤੇ ਇੱਥੇ ਕਿੱਕਰ ਤੇ ਦਾਖਾਂ ਤੇ ਉੱਨ ਤੇ ਰੇਸ਼ਮ ਦੀ ਗੱਲ ਕਰਕੇ ਕੀ ਗੱਲ ਸਾਨੂੰ ਦੱਸਣਾ ਚਾਹ ਰਹੇ ਨੇ ਫਰੀਦ ਜੀ, ਆਓ ਕੋਸ਼ਿਸ਼ ਕਰਦੇ ਹਾਂ ਕਿ ਇਹਦਾ ਭਾਵ ਅਰਥ ਸਮਝੀਏ। तो ਇਹਨਾਂ ਦੋਨਾਂ ਪੰਕਤੀਆਂ ਦੇ ਅੰਦਰ ਗੱਲ ਇਹ ਹੋ ਰਹੀ ਹੈ ਕਿ ਜੱਟ ਕਿੱਕਰ ਬੀਜ ਰਿਹਾ, ਜਿਹੜਾ ਕਿ ਕੰਡਿਆਲਾ ਦਰਖਤ ਹੁੰਦਾ ਹੈ ਜਿਹਦੇ ਵਿੱਚ ਸਿਰਫ ਡੰਡੀਆਂ ਹੁੰਦੀਆਂ ਨੇ ਤੇ ਕੰਡੇ ਹੁੰਦੇ ਨੇ, ਕੋਈ ਯੂਸਫੁਲ ਬਹੁਤੀ ਚੀਜ਼ ਨਹੀਂ ਹੁੰਦੀ ਹੈਗੀ, ਸਿਰਫ ਉਹਦੀਆਂ ਡੰਡੀਆਂ ਜਿਹੜੀਆਂ ਨੇ ਉਹ ਦਾਤਣ ਵਾਸਤੇ ਕੰਮ ਆਉਂਦੀਆਂ, ਉਸ ਤੋਂ ਇਲਾਵਾ ਹੋਰ ਉਹਨਾਂ ਦਾ ਕੋਈ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਤੇ ਬਜੌਰੀ ਦਾਖ ਜਿਹੜੀ ਹੈ ਉਹ ਇੱਕ ਐਸੀ ਚੀਜ਼ ਹੈ ਜਿਹੜੀ ਬੜੀ ਉੱਤਮ ਖੁਰਾਕ ਮੰਨੀ ਜਾਂਦੀ ਹੈ, ਸਵਾਦ ਵਿੱਚ ਵੀ ਚੰਗੀ ਹੈ ਤੇ ਉਹਦਾ ਸਿਹਤ ਵਾਲੇ ਪਾਸੇ ਵੀ ਉਹਦੇ ਕਈ ਯੂਸਫੁਲ ਚੰਗੇ ਗੁਣ ਮੰਨੇ ਜਾਂਦੇ ਨੇ। ਤੋ ਵੈਲਿਊ ਦੇ ਹਿਸਾਬ ਦੇ ਨਾਲ ਜਿਹੜੀ ਬਜੌਰੀ ਦਾਖ ਹੈ ਉਹ ਕੀਮਤ ਵਿੱਚ ਵੀ ਬਹੁਤ ਜ਼ਿਆਦਾ ਹੈ ਤੇ ਕਿੱਕਰ ਦੀ ਡੰਡੀਆਂ ਦੀ ਤਾਂ ਕੋਈ ਖਾਸ ਕੀਮਤ ਪੈਂਦੀ ਨਹੀਂ ਹੈ। ਲੋਕੀ ਤਾਂ ਐਵੇਂ ਹੀ ਕਿਧਰੋਂ ਵੀ ਕਿੱਕਰ ਦੇ ਪੇੜ ਲੱਗੇ ਹੋਏ ਤੇ ਉਹ ਤੋੜ ਕੇ ਲੈ ਆਉਂਦੇ ਨੇ ਦਾਤਨ ਕਰਨ ਵਾਸਤੇ। तो किक्कर ਦੀ ਡੰਡੀਆਂ ਦੀ ਕੋਈ ਕੀਮਤ ਨਹੀਂ, ਵੁਕਤ ਨਹੀਂ ਹੈ, ਪਰ ਬਜੌਰੀ ਦਾਖ ਜਿਹੜੀ ਹੈ ਬੜੇ ਮਹਿੰਗੇ ਭਾਅ ਤੇ ਮਿਲਦੀ ਹੈ। तो ਇੱਥੇ ਹੋ ਕੀ ਰਿਹਾ ਹੈ ਕਿ ਵੀ ਬੰਦਾ ਜਿਹੜਾ ਕੰਮ ਕਰ ਰਿਹਾ ਹੈ, ਜੋ ਚੀਜ਼ ਦੀ, ਜਿਸ ਚੀਜ਼ ਦੀ ਉਹ ਮਿਹਨਤ ਕਰ ਰਿਹਾ, ਜਿਸ ਚੀਜ਼ ਦੇ ਉੱਤੇ, ਉਹ ਤਾਂ ਬੜੀ ਲੋ ਵੈਲਿਊ ਦੀ ਚੀਜ਼ ਹੈ, ਸਸਤੀ ਜਿਹੀ ਚੀਜ਼ ਹੈ, ਪਰ ਜਿਹੜੀ ਚੀਜ਼ ਉਹ ਵਰਤਣੀ ਚਾਹ ਰਿਹਾ ਹੈ ਉਹ ਮਹਿੰਗੀ ਔਰ ਉੱਤਮ ਗੁਣਾਂ ਵਾਲੀ ਚੀਜ਼ ਹੈ। ਇਸੇ ਤਰ੍ਹਾਂ ਹੀ ਦੂਜੀ ਪੰਕਤੀ 'ਚ ਗੱਲ ਹੈ ਕਿ ਬਈ ਬੰਦਾ ਕਤਦਾ ਦਾ ਉੱਨ ਹੈ ਤੇ ਲੇਕਿਨ ਚਾਹੁੰਦਾ ਹੈ ਰੇਸ਼ਮੀ ਕੱਪੜਾ ਪਾਉਣਾ। ਹੁਣ ਉੱਨ ਦੇ ਕੱਪੜੇ ਜਿਹੜੇ ਹਨ ਉਹ ਸਸਤੇ ਹੁੰਦੇ ਹਨ, ਰੇਸ਼ਮੀ ਕੱਪੜੇ ਬਹੁਤ ਮਹਿੰਗੇ ਹੁੰਦੇ ਹਨ। तो और देखने ਵਿੱਚ ਵੀ ਖੂਬਸੂਰਤ ਔਰ ਕੀਮਤੀ ਨਜ਼ਰ ਆਉਂਦੇ ਹਨ। तो दोनों ਪੰਕਤੀਆਂ ਦੇ ਅੰਦਰ ਇਹ ਕੰਪੈਰੀਜ਼ਨ ਫਰੀ ਜੀ ਦੇ ਰਹੇ ਹਨ ਕਿ ਇਹ ਉਸ ਦੀ ਮਿਸਾਲ ਜਿਸ ਜੱਟ ਦੀ ਜਾਂ ਕਿਸਾਨ ਦੀ ਦੇ ਰਹੇ ਹਨ ਕਿ ਬਈ ਛੋਟੀ ਵੈਲਿਊ, ਘੱਟ ਕੀਮਤ ਵਾਲਾ ਸਸਤੇ ਕੰਮ ਕਰਕੇ ਬੰਦਾ ਮਹਿੰਗਾ ਰਿਵਾਰਡ ਭੋਗਣਾ ਚਾਹੁੰਦਾ ਹੈ। तो इसे भाव ਨੂੰ ही वो कन्वे कर रहे हैं कि आम दुनियादार इंसान की भी ऐसी ही अवस्था होती है कि वो काम तो सारे करता है, सिर्फ सरीरक ਜਿਹੜੇ ਸੁੱਖ ਆਰਾਮ ਦੇ ਸਾਧਨ ਇਕੱਠੇ ਕਰਨੇ, ਮਾਇਆ ਇਕੱਤਰ ਕਰਨੀ, ਆਪਣੇ ਖਾਣ ਪਾਣ ਪਹਿਨਣ ਰਹਿਣ ਦੇ ਰਹਿਣ ਸਹਿਣ ਦੇ ਵਾਸਤੇ ਉਦਮ ਕਰਕੇ ਪੈਸਾ ਕਮਾਉਣਾ। ਤੇ ਜਿਹੜਾ ਇਹ ਸਧਾਰਨ ਕੰਮ ਨੇ, ਜਿਹੜੇ ਕੰਮ ਪਸ਼ੂ ਪੰਛੀ ਵੀ ਕਰ ਲੈਂਦੇ ਹਨ, ਹੋਰ ਜਿੰਨੀਆਂ ਵੀ ਦੁਨੀਆਂ ਨੇ ਉਹ ਵੀ ਕਰ ਲੈਂਦੇ ਹਨ। ਤੋ ਇਨਸਾਨ ਵੀ ਅਗਰ ਜੇ ਇਹੋ ਜਿਹੀ ਜਨਰਲ ਜੇ ਕੰਮ ਕਰੇ ਕਿ ਬਈ ਪੈਦਾ ਹੋਇਆ, ਆਪਣੇ ਸਰੀਰ ਦੀ ਪਾਲਣਾ ਕੀਤੀ, ਵਿਆਹ ਕੀਤਾ, ਬੱਚੇ ਪੈਦਾ ਕੀਤੇ ਤੇ ਫਿਰ ਉਹਨਾਂ ਦੀ ਪਾਲਣਾ ਕੀਤੀ ਤੇ ਫਿਰ ਮਰ ਗਿਆ, ਤਾਂ ਇਹ ਕੰਮ ਤਾਂ ਜਾਨਵਰ ਵੀ ਕਰਦੇ ਹਨ, ਪੰਛੀ ਵੀ ਕਰਦੇ ਹਨ। ਪਰ ਇਹੋ ਜਿਹੇ ਸਧਾਰਨ ਕੰਮ ਕਰਕੇ ਬੰਦਾ ਇਹ ਸੋਚੇ ਕਿ ਉਹਨੂੰ ਫਲ ਉਹ ਮਿਲੇ ਜਿਹੜਾ ਉੱਤਮ ਮਨੁੱਖੀ ਜੂਨੀ ਦੇ ਅੰਦਰ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਨ ਵਾਲਾ ਕੰਮ ਹੈ, ਤਾਂ ਉਹ ਤਾਂ ਫਿਰ ਮੁਮਕਿਨ ਨਹੀਂ ਹੈ। तो फरीद जी ਇੱਥੇ ਜੋ ਮੈਸੇਜ ਇਸ ਸ਼ਲੋਕ ਵਿੱਚ ਦੇ ਰਹੇ ਹਨ ਕਿ ਬੰਦਗੀ ਤੋਂ ਬਿਨਾ, ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਜੋੜੇ ਬਿਨਾ, ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਏ ਤੋਂ ਬਿਨਾ ਇਨਸਾਨ ਸੋਚੇ ਕਿ ਮੈਂ ਇੱਕ ਉੱਤਮ ਜੀਵਨ ਜੀ ਲਵਾਂ, ਆਪਣੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲਵਾਂ, ਜਿਸ ਕੰਮ ਵਾਸਤੇ ਪਰਮਾਤਮਾ ਨੇ ਇਹ ਮਨੁੱਖੀ ਜੂਨੀ ਬਖਸ਼ਿਸ਼ ਕੀਤੀ ਹੈ ਕਿ ਇਨਸਾਨ ਇਤਨੀ ਆਪਣੇ ਆਪ ਨੂੰ ਤਰੱਕੀ ਦੀ ਅਵਸਥਾ ਤੇ ਲੈ ਜਾਵੇ ਕਿ ਉਹਦੇ ਵਿੱਚ ਔਰ ਪਰਮਾਤਮਾ ਵਿੱਚ ਕੋਈ ਭੇਦ ਨਾ ਰਹਿ ਜਾਵੇ। ਜਿਵੇਂ ਇਸ ਅਵਸਥਾ ਨੂੰ ਕਬੀਰ ਜੀ ਨੇ ਇਉਂ ਬਿਆਨ ਕੀਤਾ ਹੈ ਕਿ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। तो ऐसी अवस्था मुमकिन है केवल ਤੇ केवल ਮਨੁੱਖਾ ਜਨਮ ਦੇ ਅੰਦਰ। ਜਿਵੇਂ ਹੋਰ ਵੀ ਅਸੀਂ ਪੜ੍ਹਦੇ ਹਾਂ ਕਿ ਹਰ ਜਨ ਦੋ ਏਕ ਹੈ, ਵਿਭ ਵਿਚਾਰ ਕਿਛ ਨਾ ਹੈ, ਚਲਤੇ ਉਪਜ ਤਰੰਗ ਜਿਉ ਜਲੀ ਵਿਖੇ ਸਮਾਏ। तो ਜਿਵੇਂ ਪਾਣੀ
ਇੱਕ ਪਾਣੀ ਦਰਿਆ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਮਿਲ ਜਾਂਦਾ ਹੈ ਤੇ ਫਿਰ ਉਹਨਾਂ 'ਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਉਹ ਦਰਿਆ ਦਾ ਪਾਣੀ ਵੀ ਸਮੁੰਦਰ ਦਾ ਹੀ ਰੂਪ ਬਣ ਜਾਂਦਾ ਹੈ। ਤਿਵੇਂ ਹੀ ਮਨੁੱਖਾ ਜਨਮ ਲੈਣ ਤੋਂ ਬਾਅਦ ਇਨਸਾਨ ਦੀ ਜੋ ਜੋਤ ਹੈ ਉਹ ਪਰਮ ਜੋਤ ਦੇ ਅੰਦਰ ਇਸ ਤਰ੍ਹਾਂ ਸਮਾ ਜਾਵੇ ਕਿ ਇਨਸਾਨ ਦੇ ਵਿੱਚ ਔਰ ਪਰਮਾਤਮਾ ਦੇ ਵਿੱਚ ਕੋਈ ਭੇਦ ਨਾ ਰਹਿ ਜਾਵੇ। तो ऐसी ਉੱਚੀ ਅਵਸਥਾ ਜਿਹੜੀ ਹੈ ਉਹ ਅਸਲ ਵਿੱਚ ਹੈ ਮਨੁੱਖਾ ਜਨਮ ਦਾ ਮਨੋਰਥ। ਤੇ ਹੁਣ ਕੰਮ ਇਨਸਾਨ ਕਰੇ ਉਹ ਜੋ ਪਸ਼ੂ ਪੰਛੀ ਕਰਦੇ ਹਨ ਤੇ ਉਹ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨਾਲ ਜੋੜੇ, ਬੰਦਗੀ ਕਰੇ ਨਾ ਤੇ ਉਮੀਦ ਕਰੇ ਕਿ ਵੀ ਮੈਨੂੰ ਇਹ ਉੱਚੀ ਆਤਮਿਕ ਅਵਸਥਾ ਮਿਲ ਜਾਵੇ, ਤਾਂ ਇਹ ਉਹੋ ਜਿਹੀ ਗੱਲ ਹੀ ਹੈ ਕਿ ਜਿਵੇਂ ਕਿੱਕਰ ਬੀਜ ਕੇ ਕੋਈ ਬਜੌਰੀ ਦਾਖਾਂ ਦਾ ਫਲ ਲੈਣਾ ਚਾਹਵੇ ਜਾਂ ਉੱਨ ਕਤਵਾ ਕੇ ਤੇ ਰੇਸ਼ਮੀ ਕੱਪੜੇ ਪਾਣੇ ਚਾਹਵੇ, ਤੇ ਇਹ ਨਾਮੁਮਕਿਨ ਦੀ ਗੱਲ ਹੈ। ਸੋ ਇਹ ਦੁਨਿਆਵੀ ਮਿਸਾਲਾਂ ਦੇ ਕੇ ਫਰੀਦ ਜੀ ਨੇ ਜੋ ਅਸਲ ਮੈਸੇਜ ਦਿੱਤਾ ਹੈ ਉਹ ਇਹ ਹੈ ਕਿ ਇਹ ਮਨੁੱਖਾ ਜਨਮ ਬੜੀ ਉੱਤਮ ਜੂਨੀ ਹੈ। ਇਹਨੂੰ ਸਧਾਰਨ ਕੰਮਾਂ ਦੇ ਵਿੱਚ ਇਹਦਾ ਸਮਾਂ ਬਰਬਾਦ ਨਾ ਕਰਕੇ ਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਲਾਉਣਾ ਚਾਹੀਦਾ ਹੈ, ਤਾਂ ਹੀ ਉਸ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ। तो इतना ही बचन प्रवान करना है जी। होइयां भुल्लां दी खिमा जी। वाहिगुरू जी का खालसा वाहिगुरू जी ਵਾਹਿਗੁਰੂ ਜੀ ਕੀ ਫਤਿਹ। ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣੇ। ਇਹ ਮਨੁੱਖ ਯਾਦ ਰੱਖ, ਜੋ ਤੂੰ ਬੀਜਣਾ ਹੈ ਭਾਵ ਜੈਸੇ ਕਰਮ ਤੂੰ ਕਰਨੇ ਨੇ ਤੈਨੂੰ ਉਹੀ ਫਲ ਪ੍ਰਾਪਤ ਹੋਣਾ ਹੈ। ਕੁਝ ਹੋਰ ਕਰਕੇ ਕੁਝ ਹੋਰ ਲੱਭਣ ਲਈ ਇਹ ਸੁਪਨੇ 'ਚ ਨਾ ਸੋਚੇ ਕਦੀ। ਬੜੇ ਡਿਟੇਲ ਵਿੱਚ ਸਾਹਿਬ ਸਿੰਘ ਜੀ ਨੇ ਸਾਨੂੰ ਇਹ ਜਿਹੜਾ ਬਾਬਾ ਜੀ ਦਾ ਸ਼ਲੋਕ ਹੈ, ਬਾਬਾ ਫਰੀਦ ਜੀ ਦਾ, ਬੜੇ ਡਿਟੇਲ ਵਿੱਚ ਉਹਨਾਂ ਨੇ ਸਾਨੂੰ ਇਸ ਦੀ ਵਿਆਖਿਆ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਤੋਂ ਲੋੜ ਹੈ ਕਿ ਅਸੀਂ ਹਰੇਕ ਆਪਣਾ ਕਰਮ ਭਾਵ ਮਨ ਬਚ ਕਰਮ, ਕੋਈ ਵੀ ਕਰਮ ਕਰਨਾ, ਕਰਮ ਤੋਂ ਪਹਿਲਾਂ ਸੋਚੀਏ ਵੀ ਜਿਹੜਾ ਕੰਮ ਅਸੀਂ ਕਰਦੇ ਹਾਂ। ਦੇਖੋ ਸਾਧ ਸੰਗਤ ਜੀ, ਗੁਰਬਾਣੀ ਇਸ ਗੱਲ ਨੂੰ ਪ੍ਰੋੜਤਾ ਕਰਦੀ ਹੈ ਕਿ ਇਹ ਮਨੁੱਖ ਤੂੰ ਜਿਹੜਾ ਵੀ ਕੰਮ ਕਰਦਾ ਉਹ ਬੀਜ ਬਣ ਕੇ ਤੇਰੇ ਅੰਦਰ ਉੱਗਦਾ। ਜਿਤਨੇ ਵੀ ਅਸੀਂ ਕੰਮ ਕਰਦੇ ਦਿਨ 'ਚ ਪਤਾ ਨਹੀਂ ਕਿੰਨੇ ਕੰਮ ਕਰਦੇ ਹਾਂ, ਕੀ ਕੁਝ ਸੋਚਦੇ ਹਾਂ, ਕੀ ਕੁਝ ਦੇਖਦੇ ਹਾਂ, ਕੀ ਕੁਝ ਕਰਦੇ ਹਾਂ, ਹਰੇਕ ਦਾ ਬੀਜ ਇਹ ਮਨੁੱਖ ਯਾਦ ਰੱਖ ਤੇਰੇ ਅੰਦਰ ਬੀਜਿਆ ਜਾ ਰਿਹਾ। ਔਰ ਆਪਣੇ ਨਿਰਧਾਰਿਤ ਸਮੇਂ ਤੇ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਉਸ ਬੀਜ ਨੇ ਪੁੰਗਰਨਾ ਔਰ ਉਹਨੂੰ ਉਹੋ ਜਿਹਾ ਫਲ ਲੱਗਣਾ ਜਿਹੋ ਜਿਹਾ ਤੇਰਾ ਬੀਜ ਹੈ। ਇਸ ਲਈ ਚੰਗੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਨੇ ਜਿਹੜੀ ਵਿਵੇਕ ਬੁੱਧੀ ਦਿੱਤੀ ਹੈ, ਅਸੀਂ ਕੋਈ ਐਸਾ ਮਾੜਾ ਕਰਮ ਨਾ ਬੀਜੀਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਤੋ ਗੁਰਬਾਣੀ ਇਸੇ ਕਰਕੇ ਸਾਨੂੰ ਪੈਰ ਪੈਰ ਤੇ ਸੋਝੀ ਦਿੰਦੀ ਹੈ ਤਾਂ ਜੇ ਇਹ ਮਨੁੱਖਾ ਜਨਮ ਜਿਹੜਾ ਬੜਾ ਹੀ ਔਖਾ ਮਿਲਿਆ ਉਹ ਸਫਲ ਹੋ ਜਾਏ, ਕਿਤੇ ਐਵੇਂ ਹੀ ਪਸ਼ੂ ਪੰਛੀਆਂ ਦੀ ਤਰ੍ਹਾਂ ਗਵਾ ਕੇ ਨਾ ਚਲੇ ਜਾਈਏ। ਵਾਹਿਗੁਰੂ ਜੀ ਕਿਰਪਾ ਕਰ। ਧੰਨਵਾਦ ਇੱਕ ਵਾਰੀ ਫੇਰ। ਤੋ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਬੜਾ ਅਹਿਮ ਹੈ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਫੋਟੋ ਦਾ ਰਿਵਾਜ ਬੜਾ ਬਣ ਗਿਆ। ਬਾਕੀ ਗੱਲਾਂ ਤੇ ਚਲੋ ਛੱਡੋ, ਈਵਨ ਜਿਹੜੇ ਸਾਡੇ ਧਾਰਮਿਕ ਪ੍ਰੋਗਰਾਮਸ ਨੇ ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਫੋਟੋਆਂ ਦੀ ਭਰਮਾਰ ਹੈ। ਤੋ ਇਹਦੇ ਬਾਰੇ, ਇਹਦੇ ਹੱਕ ਵਿੱਚ ਵੀ ਤੇ ਇਹਦੇ ਵਿਰੁੱਧ ਵੀ ਰਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਗਾਏ ਬਗਾਏ। ਪਰ ਇਹ ਜਿਹੜਾ ਫੋਟੋ ਕਲਚਰ ਹੈ ਇਹਦਾ ਸਾਡੇ ਬਾਕੀ ਜੋ ਕੁ ਮਰਜ਼ੀ ਕਰਨ, ਗੁਰਮਤਿ ਪ੍ਰਚਾਰ ਦੇ ਇਹਦਾ ਕੀ ਅਸਰ ਪੈ ਰਿਹਾ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭਕੀਰਤਨ ਸਿੰਘ ਜੀ, ਕਿਰਪਾ ਕਰੋ। ਇਹ ਮਸਲਾ ਥੋੜਾ ਜਿਹਾ ਡੂੰਘਾ ਹੈ, ਸੈਂਸਿਟਿਵ ਹੈ, ਕਿਉਂਕਿ ਮੈਂ ਬੇਨਤੀ ਕੀਤੀ ਹੈ ਕਿ ਲੋਕੀ ਵਿਰੋਧ ਵਿੱਚ ਵੀ ਤੇ ਹੱਕ ਵਿੱਚ ਵੀ ਇਹਦੇ ਹੈ ਨੇ, ਤੇ ਤੁਸੀਂ ਆਪਣੀ ਇਹ ਰਾਏ ਦਿਓ ਕਿ ਬਾਕੀ ਗੱਲਾਂ ਛੱਡ ਕੇ ਗੁਰਮਤਿ ਪ੍ਰਚਾਰ ਤੇ ਇਹਦਾ ਅਸਰ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਵੀਰ ਪ੍ਰਭਕੀਰਤਨ ਸਿੰਘ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੇ ਨਾਲ ਟੈਕਨੋਲੋਜੀ ਵਿਕਸਿਤ ਹੋਣ ਨਾਲ ਫੋਟੋਆਂ ਸਾਡੀ ਜ਼ਿੰਦਗੀ ਦਾ, ਅਸੀਂ ਇਹ ਕਹਿ ਲਈਏ ਕਿ ਪੱਕਾ ਹਿੱਸਾ ਹੀ ਬਣ ਗਈਆਂ ਨੇ। ਇਸ ਦਾ ਅਸਰ ਸਾਡੀ ਨਿੱਜੀ ਜ਼ਿੰਦਗੀ ਉੱਤੇ ਵੀ ਬਹੁਤ ਪਿਆ ਤੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਵੀ ਇਹਦਾ ਬਹੁਤ ਅਸਰ ਪਿਆ ਹੈ। ਅੱਜ ਸਾਡੇ ਜੀਵਨ ਦੇ ਹਰ ਪੱਖ ਦੇ ਵਿੱਚ ਫੋਟੋਆਂ ਦੀ ਬਹੁਤ ਭਰਮਾਰ ਹੈ। ਆਓ ਥੋੜਾ ਜਿਹਾ ਇਹਨਾਂ ਵੱਖਾਂ ਜਿੰਨੇ ਪੱਖ ਨੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ। ਜਿਹੜਾ ਸਭ ਤੋਂ ਇੰਪੋਰਟੈਂਟ ਪੱਖ ਇੱਕ ਸਿੱਖ ਦੇ ਤੌਰ ਦੇ ਉੱਤੇ ਹੈ, ਉਹ ਸਾਡੇ ਸਾਹਮਣੇ ਬੜੀ ਵੱਡੀ ਗਿਣਤੀ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਉਹ ਹੈ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਝੂਠੀਆਂ ਤੇ ਸਿਧਾਂਤਕ ਪੱਖੋਂ ਓਣੀਆਂ ਤਸਵੀਰਾਂ, ਜੋ ਅੱਜ ਲਗਭਗ ਇੰਨਾ ਸੌਖਾ ਹੋ ਗਿਆ ਹੈ ਫੋਟੋਆਂ ਨੂੰ ਭੇਜਣਾ ਤੇ ਪ੍ਰਾਪਤ ਕਰਨਾ ਕਿ ਹਰ ਮੋਬਾਈਲ, ਕੰਪਿਊਟਰ ਤੇ ਬਹੁਤੇ ਘਰਾਂ ਦਾ ਸ਼ਿੰਗਾਰ ਬਣ ਚੁੱਕੀਆਂ ਨੇ।
ਹੁਣ ਜਿੰਨੀ ਫੋਟੋਆਂ ਤੱਕ ਦੀ ਸਾਡੇ ਤੱਕ ਪਹੁੰਚ ਵਧੀ ਹੈ, ਉਨਾ ਹੀ ਕੂੜ ਮਨਮਤੀ ਪ੍ਰਚਾਰ ਵੀ ਨਾਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ। ਹਾਲਾਂਕਿ ਗੁਰਬਾਣੀ ਵਿੱਚ ਮੂਰਤੀ ਪੂਜਾ ਦਾ ਬਿਲਕੁਲ ਕਲੀਅਰ ਤੇ ਪੁਰਜ਼ੋਰ ਵਿਰੋਧ ਹੈ, ਤੇ ਫੋਟੋਆਂ ਵੀ ਮੂਰਤੀ ਦਾ ਹੀ ਇੱਕ ਬਦਲਿਆ ਹੋਇਆ ਰੂਪ ਹੀ ਅਸੀਂ ਕਹਿ ਸਕਦੇ ਹਾਂ। ਮਤਲਬ ਸਿਧਾਂਤਕ ਤੌਰ ਤੇ ਇਹਦੇ ਵਿੱਚ ਕੋਈ ਫਰਕ ਨਹੀਂ, ਤੇ ਉਹ ਸਾਰੀਆਂ ਗੱਲਾਂ ਇਨ ਬਿਨ ਫੋਟੋਆਂ ਦੇ ਉੱਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦੀਆਂ ਹਨ। ਪਰ ਲੱਗਦਾ ਇਸ ਤਰ੍ਹਾਂ ਹੈ ਕਿ ਜਿਵੇਂ ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਅਨੁਮਤੀਆਂ ਦੀ ਰੀਸ ਤਾਂ ਕਰਨੀ ਹੈ, ਤੇ ਇਹ ਪਰਵਾਹ ਬਿਲਕੁਲ ਨਹੀਂ ਕਰਨੀ ਕਿ ਗੁਰੂ ਦਾ ਉਪਦੇਸ਼ ਕੀ ਹੈ। ਤਾਂ ਸਾਡੀਆਂ ਕੌਮੀ ਜਥੇਬੰਦੀਆਂ ਵੀ ਜਿਹੜੀਆਂ ਹਨ ਇਸ ਪੱਖ ਤੋਂ ਓਵੇਸਲੀਆਂ ਨਹੀਂ ਕਹਿ ਸਕਦੇ, ਬਲਕਿ ਜਿਹੜਾ ਅਖਾਣ ਹੈ ਕਿ ਚੁੱਪ ਨੀਮ ਰਜ਼ਾਮੰਦੀ ਵਾਲੀ ਗੱਲ ਹੈ, ਕਿ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਇਹਨੂੰ ਐਕਸੈਪਟ ਕਰ ਲਿਆ, ਆਪਣੀ ਰਜ਼ਾਮੰਦੀ ਦੇ ਦਿੱਤੀ ਹੈ। ਤੋ ਇਹਨਾਂ ਹਾਲਾਤ ਦੇ ਵਿੱਚ ਸਾਡੇ ਸਾਰੇ ਜਿੰਨਿਆਂ ਨੂੰ ਵੀ ਦਰਦ ਹੈ ਗੁਰਸਿੱਖੀ ਦੇ ਬਾਰੇ, ਗੁਰਬਾਣੀ ਸਿਧਾਂਤਾਂ ਦੇ ਬਾਰੇ, ਉਹਨਾਂ ਦੇ ਸਿਰ ਦੇ ਉੱਤੇ ਹੀ ਇਹ ਗੱਲ ਆ ਪੈਂਦੀ ਹੈ ਕਿ ਇਕੱਠੇ ਹੋ ਕੇ ਇਸ ਬਾਰੇ ਆਵਾਜ਼ ਉਠਾਈਏ ਤੇ ਇਹਨੂੰ ਠੱਲ ਪਾਉਣ ਦੀ ਆਪਣੀ ਜਿਹੜੀ ਡਿਊਟੀ ਹੈ ਉਹਦੇ ਪ੍ਰਤੀ ਸੁਚੇਤ ਹੋ ਕੇ ਕੁਝ ਨਾ ਕੁਝ ਕਰੀਏ, ਕਿਉਂਕਿ ਸਾਡੀਆਂ ਜਥੇਬੰਦੀਆਂ ਨੇ ਤਾਂ ਇੱਕ ਕਿਸਮ ਨਾਲ ਇਹਨੂੰ ਰਜ਼ਾਮੰਦੀ ਦੇ ਹੀ ਦਿੱਤੀ ਹੋਈ ਹੈ। ਇੱਕ ਹੋਰ ਜਿਹੜਾ ਫੋਟੋਆਂ ਦਾ ਘਟੀਆ ਰੂਪ ਸਾਡੇ ਸਾਹਮਣੇ ਧਾਰਮਿਕ ਖੇਤਰ ਦੇ ਵਿੱਚ ਆਉਂਦਾ, ਉਹ ਕਿ ਵੱਡੇ ਵੱਡੇ ਸਮਾਗਮਾਂ ਦੇ ਇਸ਼ਤਿਹਾਰਾਂ ਦੇ ਵਿੱਚ, ਬੈਨਰ ਦੇ ਵਿੱਚ ਉਹ ਸਾਨੂੰ ਬੜਾ ਸਪਸ਼ਟ ਦੇਖਣ ਨੂੰ ਮਿਲ ਜਾਂਦਾ। ਕਈ ਵਾਰੀ ਸਮਾਗਮ ਕਰਨ ਵਾਲੇ ਜਿਹੜੇ ਸੋ ਕਾਲਡ ਵੱਡੇ ਬੰਦਿਆਂ ਦੇ ਚਿਹਰੇ ਇੰਨੇ ਵੱਡੇ ਤੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਪ੍ਰੋਗਰਾਮ ਦੀ ਰੂਪ ਰੇਖਾ ਵੀ ਇਸ਼ਤਿਹਾਰ ਦੇ ਵਿੱਚੋਂ ਲੱਭਣੀ ਔਖੀ ਹੋ ਜਾਂਦੀ ਹੈ। ਭੁਲੇਖਾ ਪੈਂਦਾ ਹੈ ਕਿ ਇਹ ਨਾਮ ਤਾਂ ਲਿਖਿਆ ਗੁਰਮਤਿ ਸਮਾਗਮ ਦਾ ਇਸ਼ਤਿਹਾਰ ਹੈ, ਪਰ ਕਿਤੇ ਕਿਸੇ ਇਲੈਕਸ਼ਨ ਦਾ ਬੈਨਰ ਤਾਂ ਨਹੀਂ ਹੈ। ਐਸਾ ਭੁਲੇਖਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਇਲੈਕਸ਼ਨਾਂ ਦੇ ਵਿੱਚ ਵਿਅਕਤੀਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਲਗਭਗ ਇਹ ਬੈਨਰ ਉਸੇ ਤਰ੍ਹਾਂ ਹੀ ਕਈ ਵਾਰੀ ਤਾਂ ਠੀਕ ਵੀ ਹੁੰਦੇ ਹਨ, ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਇਸ ਤਰ੍ਹਾਂ ਹੁੰਦੇ ਹਨ, ਪਰ ਬਹੁਤਾਤ ਐਸੀ ਹੋ ਗਈ ਹੈ ਜਿੱਥੇ ਨਿੱਜ ਨੂੰ ਪ੍ਰਮੋਟ ਕਰਨ ਦੀ ਜਿਹੜੀ ਟੈਂਡੈਂਸੀ ਹੈ ਉਹ ਬਹੁਤ ਵੱਧ ਗਈ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਧਾਰਮਿਕ ਪ੍ਰੋਗਰਾਮਾਂ ਦੇ ਪ੍ਰਬੰਧਕ ਨਿਮਾਣੇ ਰਹਿਣ ਵਾਲੇ, ਪਿੱਛੇ ਰਹਿਣ ਵਾਲੇ ਸਿੱਖ ਹੁੰਦੇ, ਨਿਮਰਤਾ ਦੇ ਪੁੰਜ ਹੁੰਦੇ, ਸੇਵਾਦਾਰ ਹੁੰਦੇ, ਸੇਵਾ ਦੇ ਪੁੰਜ ਹੁੰਦੇ, ਪਰ ਅਸੀਂ ਸਾਰਿਆਂ ਨੇ ਇਸ ਨੂੰ ਜਿਹੜਾ ਸੌਂਪ ਦਿੱਤਾ ਕਿਹਨਾਂ ਦੇ ਹੱਥ ਦੇ ਵਿੱਚ, ਜਿਨ੍ਹਾਂ ਦੇ ਕੋਲੋਂ ਇਹਨਾਂ ਚੀਜ਼ਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹ ਬਲਕਿ ਹਉਮੈ ਦੇ ਇੰਨੇ ਗਰਸੇ ਹੋਏ ਹੁੰਦੇ ਹਨ ਕਿ ਹਉਮੈ ਦਾ ਨੰਗਾ ਨਾਚ ਸਾਡੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਸਾਡੇ ਸਾਹਮਣੇ ਦੇਖਣ ਨੂੰ ਮਿਲਦਾ ਹੈ। ਤੇ ਜੇ ਇਹ ਕਿਤੇ ਪ੍ਰੋਗਰਾਮ ਆਦਰਸ਼ਕ ਜਾਂ ਅਸੀਂ ਕਹੀਏ ਕਿ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਗੁਰਸਿੱਖਾਂ ਦੇ ਹੱਥ ਵਿੱਚ ਹੁੰਦੇ ਤਾਂ ਧਰਮ ਪ੍ਰਚਾਰ ਦਾ ਇੱਕ ਢੰਗ ਬਣਦੇ, ਪਰ ਹੁਣ ਇਹ ਧਰਮ ਪ੍ਰਚਾਰ ਦਾ ਢੰਗ ਨਾ ਬਣ ਕੇ ਇਹ ਸਮਾਗਮ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਉਹ ਨਿੱਜੀ ਹਉਮੈ ਦੀ ਖੇਡ ਹੀ ਬਣ ਗਏ ਹਨ। ਕੋਈ ਟਾਵਾਂ ਵਿਰਲਾ ਸਾਨੂੰ ਦਿਸਦਾ ਹੈ ਸਮਾਗਮ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਵਾਕਈ ਗੁਰੂ ਆਸ਼ੇ ਦੇ ਮੁਤਾਬਕ ਸਾਰੀ ਗੱਲ ਕੀਤੀ ਜਾ ਰਹੀ ਹੁੰਦੀ ਹੈ ਤੇ ਧਰਮ ਦਾ ਪ੍ਰਚਾਰ ਵੀ ਹੋ ਰਿਹਾ ਹੁੰਦਾ ਹੈ। ਤੀਜਾ ਸਰੂਪ ਉਹ ਹੈ ਜਿਹਦੇ ਅਸੀਂ ਸਾਰੇ ਰਲ ਮਿਲ ਕੇ ਹੀ ਕਸੂਰਵਾਰ ਹਾਂ, ਜਾਂ ਕਰਨ ਦੇ ਵਿੱਚ ਤੇ ਜਾਂ ਫਿਰ ਚੁੱਪ ਰਹਿ ਜਾਣ ਦੇ ਵਿੱਚ। ਜਦੋਂ ਵੀ ਅਸੀਂ ਕਿਸੇ ਗੁਰਦੁਆਰੇ ਜਾਂਦੇ ਹਾਂ ਤੇ ਪਹਿਲਾ ਫਰਜ਼ ਆਪਣਾ ਇਹ ਸਮਝਦੇ ਹਾਂ ਕਿ ਬਈ ਉੱਥੇ ਜਾ ਕੇ ਪਹਿਲਾਂ ਤਾਂ ਸੈਲਫੀ ਪਾ ਕੇ ਸੋਸ਼ਲ ਮੀਡੀਆ ਤੇ ਉਹਨੂੰ ਸ਼ੇਅਰ ਕਰੀਏ, ਸੇਵਾ ਕਰਦੇ ਹਾਂ ਤੇ ਉਹ ਵੀ ਸਾਰਿਆਂ ਨੂੰ ਦੱਸੀਏ, ਤੇ ਜੇ ਕਿਤੇ ਕਿਸੇ ਲੋੜਵੰਦ ਦੀ ਮਦਦ ਕਰੀਏ ਤਾਂ ਫਿਰ ਤਾਂ ਇਹ ਬਹੁਤ ਹੀ ਜ਼ਰੂਰੀ ਅਸੀਂ ਸਮਝਦੇ ਹਾਂ ਕਿ ਇਹਦੀ ਮੁਨਾਦੀ ਕਰਨੀ ਹੈ, ਅਸੀਂ ਇਹਦਾ ਢੰਡੋਰਾ ਪਿੱਟਣਾ ਹੈ। ਬਸ ਆਪਣੀ ਉਸਤਤ ਦੇ ਹੀ ਅਸੀਂ ਢੰਡੋਰਚੀ ਬਣ ਗਏ ਹਾਂ ਇਸ ਸਾਰੀ ਕਿਰਿਆ ਦੇ ਵਿੱਚ। ਹੁਣ ਇਹ ਅਸਲ ਦੇ ਵਿੱਚ ਤਾਂ ਇਹ ਸਾਡੇ ਸਾਹਮਣੇ ਇੱਕ ਸ਼ੀਸ਼ੇ ਦਾ ਕੰਮ ਕਰਦੇ ਹਾਂ ਕਿ ਬਾਹਰੋਂ ਅਸੀਂ ਭਾਵੇਂ ਦਰਸ਼ਨੀ ਸਿੱਖ ਕਿਉਂ ਨਾ ਦਿਸੀਏ, ਪਰ ਆਪਣੇ ਜੀਵਨ ਨੂੰ ਹਾਲੇ ਸਿੱਖੀ ਅਸੂਲਾਂ ਦੇ ਮੁਤਾਬਕ ਅਸੀਂ ਢਾਲ ਨਹੀਂ ਸਕੇ, ਉਧਰ ਅਸੀਂ ਧਿਆਨ ਨਹੀਂ ਦੇ ਰਹੇ। ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਬੰਦੇ ਹਰ ਰੋਜ਼ ਆਪਣੇ ਬੈਠ ਕੇ ਦਿਲ ਨੂੰ ਖੋਜ, ਤੇ ਜੇ ਖੋਜੇਗਾ ਤੇ ਸੁਧਾਰ ਕਰੇਗਾ ਤੇ ਫਿਰ ਕਿਸੇ ਪਰੇਸ਼ਾਨੀ ਦੇ ਵਿੱਚ ਨਹੀਂ ਪਵੇਗਾ, ਤੇ ਆਪਣੇ ਜੀਵਨ ਨੂੰ ਆਪਾਂ ਖੋਜੀਏ, ਵਿਚਾਰੀਏ, ਇਹਦੀ ਪੜਤਾਲ ਕਰੀਏ, ਤੇ ਫਿਰ ਸੁਧਾਰਨ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਅਤੇ ਨਿਮਰਤਾ, ਹਲੀਮੀ, ਗਰੀਬੀ ਦੇ ਗੁਣ ਧਾਰਨ ਕਰਨ ਦੇ ਸਾਨੂੰ ਲਗਾਤਾਰ ਯਤਨ ਕਰਨੇ ਚਾਹੀਦੇ ਹਨ, ਤੇ ਆਪ ਵੀ ਇਹਨਾਂ ਚੀਜ਼ਾਂ ਤੋਂ ਬਚਣਾ ਹੀ ਚਾਹੀਦਾ ਹੈ। ਦੂਜਿਆਂ ਨੂੰ ਵੀ ਇਸ ਚੀਜ਼ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਕਿ ਇਹ ਕੰਮ ਜਿਹੜੇ ਹਨ ਘੱਟੋ ਘੱਟ ਧਰਮ ਦੇ ਖੇਤਰ ਦੇ ਵਿੱਚ ਇਹ ਮੁਨਾਦੀ ਦਾ ਵਿਸ਼ਾ ਜਾਂ ਢੰਡੋਰੇ ਦਾ ਵਿਸ਼ਾ ਨਹੀਂ ਹੋਣੇ ਚਾਹੀਦੇ।
ਇਹ ਸਾਡੀ ਅੰਦਰ ਦੀ ਗੱਲ ਹੈ, ਗੁਰੂ ਦੇ ਨਾਲ ਸਾਡੀ ਜੋ ਸਾਂਝ ਹੈ, ਇਹ ਉਹਦੇ ਸੰਬੰਧ ਦੀ ਗੱਲ ਹੈ। ਇਹਨੂੰ ਪਬਲਿਕ ਦੇ ਵਿੱਚ ਜਿਹੜਾ ਹੈ, ਆਮ ਲੋਕਾਂ ਦੇ ਵਿੱਚ, ਸਿੱਖ ਤੇ ਗੈਰ ਸਿੱਖ ਸਾਰਿਆਂ ਦੇ ਵਿੱਚ ਨਸ਼ਰ ਕਰਨਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਇਹਦੇ ਵਿੱਚ ਕੋਈ ਸ਼ੋਭਾ ਵਾਲੀ ਗੱਲ ਨਹੀਂ ਹੈ। ਹਾਂ, ਫੋਟੋਗ੍ਰਾਫੀ ਦਾ ਜਿਵੇਂ ਗੱਲ ਕੀਤੀ ਹੈ ਕਿ ਇੱਕ ਰੂਪ ਜ਼ਰੂਰ ਇਹੋ ਜਿਹਾ ਹੈ ਜਿਹਦੀ ਵਰਤੋਂ ਗੁਰਮਤਿ ਦਾ ਸੁਨੇਹਾ ਪਹੁੰਚਾਉਣ ਲਈ ਅਸੀਂ ਕਰ ਸਕਦੇ ਹਾਂ, ਕਿਉਂਕਿ ਅੱਜ ਦੇ ਵਕਤ ਦੇ ਵਿੱਚ ਪ੍ਰੈਸ ਤੇ ਪਬਲਿਸਿਟੀ ਦੇ ਵਿੱਚ ਇਹ ਮਤਲਬ ਲੋੜੀਂਦੀ ਕਹੀਏ ਜਾਂ ਅਤ ਜ਼ਰੂਰੀ ਹੀ ਬਣ ਚੁੱਕੀ ਹੈ ਕਿ ਜੇ ਅਸੀਂ ਗੁਰਸਿੱਖੀ ਦੇ ਮੈਸੇਜ ਨੂੰ ਕਿਤੇ ਭੇਜਣਾ ਹੈ, ਜਿਹੜੇ ਪਬਲਿਕ ਦੇ ਸਾਡੇ ਮੈਥਡਸ ਨੇ ਪਬਲਿਕ ਰਿਲੇਸ਼ਨਸ ਦੇ ਜਾਂ ਪ੍ਰੈਸ ਦੇ ਪਬਲਿਸਿਟੀ ਦੇ, ਉਹਨਾਂ ਦੇ ਵਿੱਚ ਇਹ ਚੀਜ਼ ਲਗਭਗ ਅੱਜ ਜ਼ਰੂਰੀ ਹੋ ਗਈ ਹੈ ਤੇ ਅਸੀਂ ਇਸ ਤੋਂ ਬਚ ਨਹੀਂ ਸਕਦੇ। ਪਰ ਉੱਥੇ ਵੀ ਇਹਨੂੰ ਵਰਤਣ ਲੱਗਿਆ ਸਾਨੂੰ ਇਹ ਧਿਆਨ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਹੈ, ਉਹ ਬੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਨੂੰ ਸੰਕੋਚਵੇਂ ਢੰਗ ਨਾਲ ਮਿਨੀਮਮ ਜਿੰਨਾ ਚਾਹੀਦਾ ਹੈ ਉੱਥੇ ਤੱਕ ਹੀ ਅਸੀਂ ਰੱਖੀਏ। ਇਹ ਨਾ ਹੋਏ ਕਿ ਇਹਦੀ ਵੀ ਖੁੱਲ੍ਹ ਲੈ ਕੇ ਅਸੀਂ ਫਿਰ ਇਹਨੂੰ ਹੀ ਆਪਣੀ ਨਿੱਜ ਨੂੰ ਪ੍ਰਮੋਟ ਕਰਨ ਵਾਸਤੇ, ਹਉਮੈ ਦਾ ਪ੍ਰਗਟਾਵਾ ਕਰਨ ਵਾਸਤੇ ਹੀ ਉਹਦਾ ਹੀ ਇੱਕ ਸਾਧਨ ਬਣਾ ਲਈਏ। ਇਸ ਤੋਂ ਬੜਾ ਬਚਣ ਦੀ ਲੋੜ ਹੈ। ਜੇ ਆਪਾਂ ਸਾਰੇ ਰਲ ਮਿਲ ਕੇ ਇੱਧਰ ਯਤਨ ਕਰਨੇ ਸ਼ੁਰੂ ਕਰੀਏ ਤੇ ਅਸੀਂ ਕੁਛ ਨਾ ਕੁਛ ਤਾਂ ਇਹਦੇ ਵਿੱਚ ਜਿਹੜਾ ਹੈ ਉਹ ਅਸਰ ਪਾਵਾਂਗੇ। ਤੇ ਜੇ ਕਿਤੇ ਆਪਣੀਆਂ ਜੋ ਮੁੱਖ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਸੁਚੇਤ ਕਰੀਏ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਝੂਠੀਆਂ ਮਸਨੂਈ ਤਸਵੀਰਾਂ ਨੇ ਉਹਨਾਂ ਦੇ ਬਾਰੇ ਜਾਂ ਹੋਰ ਸਮਾਗਮਾਂ ਦੇ ਬਾਰੇ, ਇਹਦੇ ਬਾਰੇ ਸਾਨੂੰ ਕੁਛ ਨਾ ਕੁਛ ਕਰਨ ਦੀ ਲੋੜ ਹੈ। ਤੇ ਆਪਣੇ ਲੀਡਰ ਸਾਹਿਬਾਨ ਨੂੰ ਵੀ, ਜਿਹੜੇ ਇਹਨਾਂ ਸੰਸਥਾਵਾਂ ਨੂੰ ਚਲਾਉਂਦੇ ਹਨ, ਇਸ ਪੱਖੋਂ ਉਹਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਤੁਹਾਡੀ ਡਿਊਟੀ ਜੋ ਬਣਦੀ ਹੈ ਉਸ ਨੂੰ ਕਰੋ, ਕੇਵਲ ਆਪਣੀ ਹਉਮੈ ਦੇ ਪ੍ਰਗਟਾਵੇ ਵਿੱਚ ਹੀ ਨਾ ਪਏ ਰਹੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਬਹੁਤ ਸਾਰੇ ਨੁਕਤਿਆਂ ਤੋਂ ਇਸ ਨੂੰ ਬੜੀ ਅੱਛੀ ਤਰੀਕੇ, ਇਹ ਜਿਹੜਾ ਸਵਾਲ ਆਇਆ ਬਈ ਗੁਰਮਤਿ ਦੇ ਪ੍ਰਚਾਰ ਤੇ ਫੋਟੋ ਕਲਚਰ ਦਾ ਕੀ ਅਸਰ ਹੈ, ਬਹੁਤ ਸਾਰੇ ਨੁਕਤਿਆਂ ਤੇ ਬੜੇ ਵਧੀਆ ਤਰੀਕੇ ਨਾਲ ਚਾਨਣਾ ਪਾਇਆ। ਕੋਈ ਇਹਦੇ 'ਚ ਡਾਊਟ ਵਾਲੀ ਗੱਲ ਰਹਿ ਨਹੀਂ ਗਈ ਹੈ। ਪਰ ਕਿਉਂਕਿ ਅੱਜ ਰਿਵਾਜ ਬੜਾ ਵੱਧ ਗਿਆ ਤੇ ਜਿਵੇਂ ਉਹਨਾਂ ਨੇ ਵੀ ਦੱਸਿਆ ਵੀਰ ਜੀ ਨੇ ਕਿ ਸਾਨੂੰ ਜਿਹੜੀਆਂ ਇਹ ਨਵੀਆਂ ਖੋਜਾਂ ਨੇ ਉਹਨਾਂ ਨੂੰ ਪੋਜ਼ਿਟਿਵ ਵੇ 'ਚ ਪ੍ਰਚਾਰ ਲਈ ਵਰਤਣਾ ਚਾਹੀਦਾ, ਜ਼ਰੂਰ ਵਰਤਣਾ ਚਾਹੀਦਾ। ਪਰ ਇਹਦੀ ਥਾਂ ਤੇ ਦੇਖਣ ਨੂੰ ਕੀ ਆਉਂਦਾ, ਸਵੇਰੇ ਉੱਠਦੇ ਹੋ ਤੁਸੀਂ ਸੈੱਲਫੋਨ ਖੋਲ੍ਹਦੇ ਹੋ, ਤੁਹਾਨੂੰ 5-7 ਸੁਨੇਹੇ ਆਏ ਨੇ, ਗੁੱਡ ਮਾਰਨਿੰਗ ਜੀ, ਤੇ ਉਹਦੇ ਥੱਲੇ ਉਹਦੇ ਨਾਲ ਜਿਹੜੀ ਹੈ ਫੋਟੋ ਬਣਾਈ ਹੁੰਦੀ ਕਿਸੇ ਨਾ ਕਿਸੇ ਗੁਰੂ ਸਾਹਿਬਾਨ ਦੀ। ਤੇ ਜਦ ਕਿ ਤੁਸੀਂ ਕੋਈ ਵੀ ਲੈ ਲਓ, ਫਾਰ ਐਗਜ਼ਾਮਪਲ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ 10 ਫੋਟੋ ਇਕੱਠੀਆਂ ਸਾਹਮਣੇ ਰੱਖ ਲਓ ਤੇ ਇੱਕ ਨਾਲ ਦੂਜੀ ਨਹੀਂ ਮਿਲਦੀ, ਤੇ ਕਿਹੜੀ ਠੀਕ ਹੈ? ਕਿਤੇ ਈਵਨ ਇੱਥੇ ਤੱਕ ਹੈ ਕਿ ਕਿਤੇ ਕਿਸੇ ਗੁਰੂ ਸਾਹਿਬਾਨ ਦਾ ਜਿਹੜਾ ਚਿਹਰਾ ਬਿਲਕੁਲ ਹੋਰ ਤਰ੍ਹਾਂ ਦਾ, ਇਹ ਕਿਤੇ ਮਤਲਬ ਜੇ ਆਪਾਂ ਦੇਖਦੇ ਹਾਂ ਦਾੜਾ, ਤੇ ਕਿਤੇ ਦਾੜੇ ਦਾ ਸਾਈਜ਼ ਬੜਾ ਗੁਰੂ ਜੀ ਦਾ ਛੋਟਾ ਜਿਹਾ ਦੱਸਿਆ, ਕਿਤੇ ਬਹੁਤ ਵੱਡਾ ਦੱਸਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਕਈ ਫੋਟੋ ਇਹੋ ਜਿਹੀਆਂ ਬਣਾਈਆਂ ਨੇ, ਤੁਸੀਂ ਦੇਖੋ, ਜਿਹੜੀਆਂ ਈਵਨ ਲੱਗਦਾ ਨਹੀਂ ਗਾ ਵੀ ਇਹ ਹੋ ਵੀ ਸਕਦੀ ਹੈ, ਮਤਲਬ ਇਮੈਜਨਰੀ ਵੀ। ਤਾਂ ਖੈਰ ਵੀਰ ਜੀ ਨੇ ਦੱਸਿਆ ਹੀ ਹੈ ਤੇ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਤੇ ਮੈਨੂੰ ਗੱਲ ਯਾਦ ਆਈ, ਸਾਡੇ ਪੈਨਲ ਮੈਂਬਰ ਨੇ ਵੀਰ ਤੇਜਿੰਦਰ ਸਿੰਘ ਜੀ, ਉਹਨਾਂ ਨੇ ਇੱਕ ਵਾਰੀ ਦੱਸਿਆ ਸੀ ਵੀ ਮੈਨੂੰ ਜਿਸ ਵੇਲੇ ਕੋਈ ਐਸਾ ਮੈਸੇਜ ਆਉਂਦਾ ਜਿਹਦੇ ਵਿੱਚ ਗੁਰੂ ਸਾਹਿਬਾਨ ਦੀ ਫੋਟੋ ਲੱਗੀ ਹੁੰਦੀ ਹੈ, ਤੇ ਕਹਿੰਦੇ ਮੈਂ 4 ਲਾਈਨਾਂ ਜਿਹੜੀਆਂ ਨੇ ਉਹ ਸੈੱਟ ਕਰਕੇ ਰੱਖੀਆਂ ਨਾ, ਮੈਂ ਉਹਨਾਂ ਨੂੰ ਜਵਾਬ ਦੇ ਦੇਣਾ ਵੀ ਇਹ ਫੋਟੋ ਜਿਹੜੀ ਹੈ ਇਹ ਨਹੀਂ ਪਾਉਣੀ ਚਾਹੀਦੀ। ਮੈਂ ਸਗੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹ ਡਰਾਫਟਸ ਮੈਨੂੰ ਵੀ ਭੇਜ ਦਿਓ, ਤੇ ਆਇਆ ਨਹੀਂ ਗਾ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਭੇਜ ਦਿਓ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਸ ਨੂੰ ਡਿਸਕਰੇਜ ਕਰੀਏ, ਜਿਹੜਾ ਗੁਰੂ ਸਾਹਿਬਾਨ ਦੀਆਂ ਫੋਟੋ ਜਿਹੜੀਆਂ ਨੇ ਬਹੁਤ ਸਾਰੀਆਂ ਲਾਈਆਂ ਜਾਂਦੀਆਂ ਨੇ, ਕਿਉਂਕਿ ਬਹੁਤੇ ਲੋਕ ਜਿਹੜੇ ਨੇ ਉਹ ਮਤਲਬ ਉਂਝ ਹੀ ਪਾ ਰਹੇ, ਜਾਣ ਕੇ ਨਹੀਂ ਪਾ ਰਹੇ। ਉਹਨਾਂ ਨੂੰ ਪਤਾ, ਉਹਨਾਂ ਨੂੰ ਮਤਲਬ ਇੰਨਾ ਗਿਆਨ ਨਹੀਂ ਹੈ ਵੀ ਹਾਂ ਜੀ ਗੁਰੂ ਸਾਹਿਬ ਦੀ ਫੋਟੋ ਆਪਾਂ ਇਸ ਤਰ੍ਹਾਂ ਪਾਈ ਜਾਈਏ ਜਾਂ ਨਾ ਪਾਈ ਜਾਈਏ। ਤਾਂ ਲੋੜ ਹੈ ਸਾਨੂੰ ਜਾਗਰੂਕਤਾ ਲਿਆਉਣ ਦੀ, ਅਵੇਅਰਨੈਸ ਲਿਆਉਣ ਦੀ। ਤਾਂ ਇਹਦੇ 'ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਵੇਂ ਵੀਰ ਤੇਜਿੰਦਰ ਸਿੰਘ ਦਾ ਪ੍ਰਪੋਜ਼ਲ ਵਧੀਆ ਮੈਨੂੰ ਲੱਗੀ ਹੈ ਵੀ ਜੇ ਤੁਹਾਨੂੰ ਕੋਈ ਗੁਰੂ ਸਾਹਿਬਾਨ ਦੀ ਫੋਟੋ ਆਉਂਦੀ ਹੈ ਤਾਂ ਤੁਸੀਂ ਇੱਕ ਲਾਈਨ ਉਹਨਾਂ ਨੂੰ ਲਿਖ ਦਿਓ ਇਹਦੇ ਬਾਰੇ, ਤਾਂ ਜੇ ਇਸ ਤਰ੍ਹਾਂ ਕਰਦਿਆਂ ਜਿਹੜੀ ਨਾ ਉਹ ਜਾਗਰੂਕਤਾ ਆ ਜਾਏਗੀ। ਮੈਂ ਸਮਝਿਆ ਕਿ ਅੱਧੇ ਨਾਲੋਂ ਜ਼ਿਆਦਾ ਜਿਹੜੇ ਫੋਟੋ ਪਾਉਂਦੇ ਨੇ ਉਹਨਾਂ ਨੂੰ ਜਾਗਰੂਕਤਾ ਨਹੀਂ ਇਸ ਗੱਲ ਦੀ, ਤੇ ਦੱਸਣ ਦੀ ਲੋੜ ਹੈ ਤੇ ਕਾਫੀ ਫਰਕ ਪੈ ਜਾਏਗਾ। ਤਾਂ ਆਓ ਸਾਧ ਸੰਗਤ ਇੱਕ ਗੱਲ ਦਾ ਬੜਾ ਪੱਕਾ ਖਿਆਲ ਰੱਖੀਏ, ਜਿਹੜੀ ਵੀਰ ਜੀ ਨੇ ਵਿੱਚ ਟੱਚ ਕੀਤੀ ਸੀ ਵੀ ਬਹੁਤ ਸਾਰੇ ਪ੍ਰਬੰਧਕ ਜਿਹੜੇ ਨੇ ਉਹਨਾਂ ਦੀਆਂ ਫੋਟੋ ਲੱਗੀਆਂ ਹੁੰਦੀਆਂ ਨੇ। ਕੀਰਤਨੀ ਜਿਹੜਾ ਨੇ ਕੀਰਤਨ ਕਰਨਾ, ਉਹਨਾਂ ਕੀਰਤਨੀ ਸਾਹਿਬਾਨਾਂ ਦੀਆਂ ਫੋਟੋ ਜਾਂ ਕਥਾ ਕਰਨ ਦੀਆਂ ਫੋਟੋ ਜਿਹੜੀਆਂ ਨੇ ਫੋਟੋ ਲੱਗੀਆਂ ਹੁੰਦੀਆਂ ਨੇ। ਮੇਰੀ ਆਪਣੀ ਪਰਸਨਲ ਮੇਰੀ ਮਨਸ਼ਾ ਇਹ ਹੈ
ਕਿ ਸਾਨੂੰ ਗੁਰੂ ਦੇ ਗਿਆਨ ਨਾਲ, ਗੁਰੂ ਦੇ ਸ਼ਬਦ ਨਾਲ ਜੋੜਨਾ ਚਾਹੀਦਾ, ਬੰਦਿਆਂ ਨਾਲ ਨਹੀਂ ਜੋੜਨਾ ਚਾਹੀਦਾ। ਤੇ ਮਸਕੀਨ ਸਾਹਿਬ ਜੀ ਦੀ ਗੱਲ ਉਹਨਾਂ ਨੇ ਇੱਕ ਆਪਣੇ ਕਥਾ ਵਿੱਚ ਕਹੀ ਸੀਗੀ ਕਿ ਅਸੀਂ ਲਿਖ ਕੇ ਭੇਜਣਾ ਜੀ, ਫਲਾਣਾ ਆ ਕੇ ਕਰੇਗਾ। ਇਹਦਾ ਮਤਲਬ ਅਸੀਂ ਫਲਾਣੇ ਕਰਕੇ ਆਉਂਦੇ ਹਾਂ। ਹਾਲਾਂਕਿ ਇਹਦੇ 'ਚ ਵੀ ਕਈ ਤਰ੍ਹਾਂ ਦੀਆਂ ਰਾਵਾਂ ਜਿਹੜੀਆਂ ਨੇ ਆ ਰਹੀਆਂ ਨੇ ਵੀ ਨਹੀਂ ਜੀ ਪ੍ਰਚਾਰ ਲਈ ਹੈ, ਇਹ ਲਈ ਹੈ, ਪਰ ਅਲਟੀਮੇਟ ਗੱਲ ਤੇ ਇਹ ਹੈ ਕਿ ਸਾਡਾ ਗੁਰੂ ਦੇ ਸ਼ਬਦ ਨਾਲ ਪਿਆਰ ਪਵੇ, ਸ਼ਬਦ ਗਾਉਣ ਵਾਲਿਆਂ ਨਾਲ ਨਹੀਂ, ਸ਼ਬਦ ਨਾਲ ਪਿਆਰ ਪਵੇ। ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ, ਆਪਣੇ ਨਾਲ ਤੇ ਜੋੜਿਆ ਨਹੀਂ। ਤੇ ਉਹਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਇਸੇ ਪਾਸੇ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਸ਼ਬਦ ਨਾਲ ਜੋੜੀਏ, ਆਪਣੇ ਨਾਲ ਨਾ ਜੋੜੀਏ। ਤੋ ਸਤਿਗੁਰੂ ਕਿਰਪਾ ਕਰਨ, ਇਹ ਜਿਹੜੀਆਂ ਗੁਰਮਤਿ ਦੀਆਂ ਗੱਲਾਂ ਜਿਹੜੀ ਗੁਰਮਤਿ ਗਾਡੀ ਰਾਹ ਤੇ ਚੱਲਣ ਲਈ ਸਹਾਇਕ ਨੇ, ਉਹ ਸਾਨੂੰ ਸਮਝ ਆ ਜਾਣ, ਉਹਨਾਂ ਨੂੰ ਅਸੀਂ ਅਮਲ ਵਿੱਚ ਲਿਆਈਏ ਤਾਂ ਜੇ ਗੁਰਮਤਿ ਪ੍ਰਚਾਰ ਵਿੱਚ ਆਪਣਾ ਹਿੱਸਾ ਅਸੀਂ ਪਾ ਸਕੀਏ। ਵੀਰ ਪ੍ਰਭ ਕੀਰਤਨ ਸਿੰਘ ਜੀ, ਇੱਕ ਵਾਰੀ ਫੇਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸਤ ਸਿੰਘ ਜੀ, ਅਗਲਾ ਜਿਹੜਾ ਸਾਡੇ ਕੋਲ ਸਵਾਲ ਹੈ, ਉਹ ਵੀ ਸਵਾਲ ਜਿਹੜਾ ਬੜਾ ਕੰਪਲੈਕਸ ਸਵਾਲ ਹੈ ਕਿ ਔਰ ਸਵਾਲ ਭੇਜਿਆ ਜਿਹੜਾ ਉਹ ਅਵਤਾਰ ਸਿੰਘ ਜੀ ਬੇਟ ਸਾਹਿਬ ਸਰਕਲ ਤੋਂ, ਤੇ ਉਹ ਸਾਡੇ ਮਿਸ਼ਨਰੀ ਬੜੇ ਦੇਰ ਤੋਂ ਮਤਲਬ ਵੀ ਆਪ ਖੁਦ ਪ੍ਰਚਾਰਕ ਨੇ, ਤੇ ਉਹ ਕਈ ਵਾਰ ਸਵਾਲ ਭੇਜਦੇ ਨੇ। ਤੇ ਚਲੋ ਚੰਗੀ ਗੱਲ ਹੈ ਕਿ ਉਹਨਾਂ ਦੇ ਮਨ 'ਚ ਮਨਸ਼ਾ ਇਹ ਆਉਂਦੀ ਹੈ ਕਿ ਇਹ ਗੱਲ ਜਿਹੜੀ ਹੈ ਇਹ ਸੰਗਤ ਵਿੱਚ ਆਉਣੀ ਚਾਹੀਦੀ ਹੈ, ਤੋ ਇਸ ਪਲੇਟਫਾਰਮ ਭੇਜਦੇ ਨੇ, ਉਹਨਾਂ ਦਾ ਧੰਨਵਾਦ ਹੈ। ਸਵਾਲ ਹੈ ਜੀ, ਸਿੱਖ ਧਰਮ ਵਿੱਚ ਪ੍ਰਭਾਤ ਫੇਰੀਆਂ ਕਦੋਂ ਤੇ ਕਿਉਂ ਸ਼ੁਰੂ ਹੋਈਆਂ, ਤੇ ਅਜੋਕੇ ਸਮੇਂ ਵਿੱਚ ਗੁਰਮਤਿ ਪ੍ਰਚਾਰ ਵਿੱਚ ਇਹਨਾਂ ਦਾ ਭਾਵ ਪ੍ਰਭਾਤ ਫੇਰੀਆਂ ਦਾ ਕੀ ਯੋਗਦਾਨ ਹੈ। ਤੋ ਸਤਜਿੰਦਰ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ ਵੀ ਆਓ ਇਹਦੇ ਬਾਰੇ ਸਾਨੂੰ ਵਿਸਥਾਰ ਸਹਿਤ ਜਾਣਨਾ ਪਾਓ। ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਤੋਂ ਪਹਿਲਾਂ ਕਿ ਜੋ ਵੀਰ ਜੀ ਨੇ ਮੈਨੂੰ ਸਵਾਲ ਬਖਸ਼ਿਸ਼ ਕੀਤਾ ਹੈ ਉਸ ਨੂੰ ਮੈਂ ਜਵਾਬ ਦਿਆਂ। ਜਿਹੜੀ ਚਰਚਾ ਵੀਰ ਜੀ ਕਰ ਰਹੇ ਸਨ, ਪ੍ਰਭ ਕੀਰਤਨ ਸਿੰਘ ਜੀ ਨੇ ਵੀ ਕੀਤਾ ਹੈ, ਤੇ ਮੈਂ ਉਹਦੇ ਥੋੜਾ ਜਿਹਾ ਐਡ ਇਹ ਕਰਨਾ ਚਾਹਨਾ ਕਿ ਇਸ ਸਾਲ ਅੱਗੇ ਤਾਂ ਅਸੀਂ ਸੋਚਦੇ ਸਾਂ ਕਿ ਜਿਹੜੇ ਪ੍ਰਬੰਧਕ ਨੇ ਗੁਰਦੁਆਰਿਆਂ ਦੇ ਜਾਂ ਹੋਰ ਜਿਹੜੇ ਬੰਦੇ ਨੇ ਉਹ ਆਪਣੀਆਂ ਫੋਟੋਆਂ ਜਿਹੜੀਆਂ ਲਾਉਂਦੇ ਹਨ, ਪੋਲੀਟੀਕਲ ਬੰਦੇ ਵੀ ਲਾਉਂਦੇ ਹਨ ਕਿ ਗੁਰਪੁਰਬ ਆ ਰਿਹਾ। ਤੇ ਇਸ ਵਾਰੀ ਸਾਡੇ ਇੱਥੇ ਦੇ ਹੈੱਡ ਗ੍ਰੰਥੀ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਖੌਤੀ ਜਿਹੜੀ ਫੋਟੋ ਹੈ ਉਹ ਲਗਾ ਕਰਕੇ ਤੇ ਵਧਾਈਆਂ ਦਿੱਤੀਆਂ। ਤੇ ਮੈਂ ਉਸੇ ਵਕਤ ਉਹਨਾਂ ਨੂੰ ਮੁੜ ਕੇ ਜਿਹੜਾ ਹੈ ਉਹ ਜਵਾਬ ਉੱਤੇ ਲਿਖ ਦਿੱਤਾ। ਮੈਂ ਕਿਹਾ ਤੁਹਾਡੇ ਇਸ ਜਿਹੜਾ ਅਕਾਊਂਟ ਹੈ ਇਹਦੇ ਤੇ 8-10 ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅਖੌਤੀ ਜਿਹੜੀਆਂ ਫੋਟੋ ਆਈਆਂ ਨੇ, ਤੇ ਤੁਸੀਂ ਕਿਸ ਨੂੰ ਮਤਲਬ ਪ੍ਰਮੋਟ ਕਰ ਰਹੇ ਹੋ, ਇਹ ਦਾਸ ਨੂੰ ਦੱਸਣ ਦੀ ਕਿਰਪਾਲਤਾ ਕਰਨਾ ਤੇ ਕੋਸ਼ਿਸ਼ ਕਰਨਾ ਕਿ ਜਦ ਤੁਹਾਨੂੰ ਕੋਈ ਪੱਕਾ ਪਤਾ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਂ ਕਿਸੇ ਗੁਰੂ ਸਾਹਿਬ ਦੀ ਇਹ ਪੱਕੀ ਫੋਟੋ ਹੈ, ਤਾਂ ਉਦੋਂ ਵੀ ਤੁਸੀਂ ਇਸ ਨੂੰ ਪਾਉਣਾ ਨਹੀਂ ਹੈ, ਕਿਉਂਕਿ ਸਾਡਾ ਸਿਧਾਂਤ ਹੈ ਗੁਰਮੁਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਤੇ ਹਾਲੇ ਤੱਕ ਤਾਂ ਉਹਨਾਂ ਦਾ ਜਵਾਬ ਆਇਆ ਨਹੀਂ, ਖੈਰ ਮੈਂ ਮਿਲ ਕੇ ਉਹਨਾਂ ਨਾਲ ਇਸ ਬਾਰੇ ਵੀ ਚਰਚਾ ਕਰਾਂਗਾ। ਤੇ ਜਿਹੜਾ ਸਵਾਲ ਵੀਰ ਜੀ ਨੇ ਦਿੱਤਾ ਹੈ ਪ੍ਰਭਾਤ ਫੇਰੀਆਂ ਦਾ, ਪਹਿਲਾਂ ਤੇ ਪ੍ਰਭਾਤ ਨੂੰ ਸਮਝੀਏ। ਪ੍ਰਭਾਤ ਹੁੰਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਪ੍ਰਭਾਤ ਕਿਹਾ ਜਾਂਦਾ। ਤੇ ਫੇਰੀ ਦਾ ਮਤਲਬ ਹੈ ਜਿਹੜਾ ਹੈ ਚੱਕਰ ਲਾਉਣਾ ਨਗਰ ਖੇੜੇ ਦੇ ਅੰਦਰ। ਤੋ ਇਸ ਦੀ ਜਿਹੜੀ ਬੈਕਗਰਾਉਂਡ ਹੈ ਉਹ ਸਾਨੂੰ ਜਿਹੜੀ ਹੈ ਸਿਰਫ ਪ੍ਰਭਾਤ ਫੇਰੀ ਦੀ ਸ਼ਕਲ ਵਿੱਚ ਸਾਨੂੰ ਨਹੀਂ ਮਿਲਦਾ ਇਤਿਹਾਸ। ਸਾਨੂੰ ਇਹ ਇਤਿਹਾਸ ਮਿਲਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਅੰਦਰ ਕੈਦ ਸਨ ਤੇ ਸੰਗਤਾਂ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਬੜੀ ਜਿਹੜੀ ਹੈ ਤੀਵਰ ਤਾਂਘ ਸੀਗੀ ਕਿ ਗੁਰੂ ਸਾਹਿਬ ਜਿਹੜੇ ਹਨ ਉਹ ਕਦੋਂ ਬਾਹਰ ਆਣ ਤੇ ਕਦੋਂ ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਤੇ ਉਹਨਾਂ ਦੇ ਮਨ ਦੀ ਜੋ ਪ੍ਰੇਰਨਾ ਸੀ, ਜੋ ਤਾਂਘ ਸੀਗੀ, ਉਹ ਇੱਕ ਜਿਹੜੀ ਹੈ ਸ਼ਬਦ ਕੀਰਤਨ ਦੇ ਰੂਪ ਦੇ ਅੰਦਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਿਹੜੇ ਹਨ ਉਹਨਾਂ ਨੇ ਇਹ ਆਰੰਭ ਕੀਤੀ। ਤੇ ਉਹ ਜਿਹੜੀ ਪ੍ਰਭਾਤ ਫੇਰੀ ਦਾ ਉਸ ਵਕਤ ਸਰੂਪ ਸੀਗਾ ਉਹ ਕੀਰਤਨ ਦਾ ਸੀਗਾ ਕਿ ਕੀਰਤਨ ਮਿਲ ਕਰਕੇ ਕਰਦੇ ਸਨ। ਉਹ ਕਿਸੇ ਦੇ ਘਰ ਵਿੱਚ ਨਹੀਂ ਸਨ ਜਾਂਦੇ ਤੇ ਨਾ ਹੀ ਕਿਤੇ ਜਾ ਕੇ ਤੇ ਚਾਹ ਪਕੌੜੇ ਤੇ ਬ੍ਰੈਡ ਪਕੌੜੇ ਖਾਂਦੇ ਸਨ। ਉਹਨਾਂ ਦਾ ਮਕਸਦ ਇਹ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਨਾਲ ਉਹਨਾਂ ਦੀ ਬਿਰਤੀ ਜੁੜੀ ਹੋਈ ਸੀਗੀ। ਤੇ ਉਸ ਦਾ ਸਦਕਾ ਹੋਇਆ ਕਿ ਸੰਗਤਾਂ ਨੇ ਬੜਾ ਜਿਵੇਂ ਤੀਵਰ ਜਾ ਕਰਕੇ ਸ਼ਬਦ ਪੜ੍ਹਨੇ, ਅਰਦਾਸਾਂ ਕਰਨੀਆਂ, ਤੇ ਉਸ ਸਦਕਾ ਜਿਹੜਾ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਹੈ ਗਵਾਲੀਅਰ ਦੇ ਕਿਲੇ ਤੋਂ ਰਿਲੀਜ਼ ਹੋਇਆ। ਤੇ ਹੁਣ ਵੀ ਜਿਹੜਾ ਹੈ ਦਰਬਾਰ ਸਾਹਿਬ ਦੇ ਅੰਦਰ ਜੋ ਇਹ ਫੇਰੀ ਹੈ, ਜੋ ਕੀਰਤਨ ਦਾ ਨਿਗਰ ਕਰਕੇ ਨਿਸ਼ਾਨ ਸਾਹਿਬ ਲੈ ਕਰਕੇ ਪਿੰਡਾਂ ਨਗਰ ਖੇੜਿਆਂ ਤੋਂ ਜਥੇ ਜਿਹੜੇ ਹਨ ਹੁਣ ਵੀ ਦਰਬਾਰ ਸਾਹਿਬ ਦੇ ਆਉਂਦੇ ਹਨ। ਤੇ ਇਹ ਸਾਨੂੰ ਉਸ ਵੇਲੇ ਦੀ ਯਾਦ ਦਿਵਾਉਂਦੇ ਹਨ ਕਿ ਕਿਵੇਂ ਸਿੱਖ ਜਿਹੜੇ ਹਨ ਉਹ ਗੁਰਬਾਣੀ ਦਾ ਓੜ ਤੇ ਆਸਰਾ ਲੈ ਕਰਕੇ
ਸੱਚੇ ਪਾਤਸ਼ਾਹ ਦਾ ਦਰਸ਼ਨ ਦੀਦਾਰ ਦੀ ਜਿਹੜੀ ਹੈ ਉਹ ਤਾਂਘ ਰੱਖਦੇ ਸਾਂ। ਤੇ ਇਸ ਵੀ ਐਂਗਲ ਤੋਂ ਅਸੀਂ ਇਹ ਦੇਖਿਆ ਹੈ ਕਿ ਸਾਡੇ ਹੋਸ਼ ਤੋਂ ਜਦੋਂ ਵੀ ਅਸੀਂ ਹੋਸ਼ ਸੰਭਾਲੀ ਹੈ ਤਕਰੀਬਨ ਅੱਜ ਤੋਂ ਤਕਰੀਬਨ 50-60 ਸਾਲ ਪਹਿਲਾਂ, ਤੇ ਅਸੀਂ ਇਹ ਦੇਖਿਆ ਹੈ ਕਿ ਇਹ ਪ੍ਰਭਾਤ ਫੇਰੀਆਂ ਜਿਹੜੀਆਂ ਹਨ ਇਸ ਤਰ੍ਹਾਂ ਹੀ ਨਗਰ ਖੇੜਿਆਂ ਦੇ ਅੰਦਰ ਨਿਕਲਦੀਆਂ ਹਨ ਔਰ ਸ਼ਬਦ ਕੀਰਤਨ ਕਰ ਕਰਕੇ ਉਹਦੇ ਚ ਬੀਬੀਆਂ ਵੀ ਸ਼ਾਮਲ ਹੁੰਦੀਆਂ ਹਨ, ਬੱਚੇ ਵੀ ਸ਼ਬਦ ਸ਼ਾਮਲ ਹੁੰਦੇ ਹਨ, ਤੇ ਉਹ ਜਿਹੜੇ ਢੋਲਕੀਆਂ ਛਹਿਣੇ ਲੈ ਕਰਕੇ ਉਹ ਮਹਾਰਾਜ ਦੀ ਬਾਣੀ ਜਿਹੜੇ ਹਨ ਉਹ ਪੜ੍ਹਦੇ ਹਨ। ਤੋਂ ਮਕਸਦ ਇਹ ਹੀ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਪਿਆਰ ਹੈ ਗੁਰਬਾਣੀ ਦੇ ਰਾਹੀਂ ਅਸੀਂ ਐਕਸਪ੍ਰੈਸ ਕਰੀਏ ਉਹਨਾਂ ਦਾ। ਤੇ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇਹਦੇ ਚ ਦੇਖੀ ਹੈ ਪ੍ਰਭਾਤ ਫੇਰੀ ਦੇ ਵਿੱਚ ਕਿ ਉਹ ਹੈ ਕਿ ਇੱਕ ਨਗਰ ਦੇ ਵਿੱਚ ਸੰਗਤਾਂ ਨੂੰ ਸੁਨੇਹਾ ਦੇਣਾ। ਕਈਆਂ ਨੂੰ, ਮੇਰੇ ਵਰਗਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਗੁਰਪੁਰਬ ਸ਼ਹੀਦੀ ਹੈ ਕਿ ਭਾਵੇਂ ਇਹ ਗੁਰਪੁਰਬ ਜਿਹੜਾ ਹੈ ਉਹ ਪ੍ਰਕਾਸ਼ ਦਿਵਸ ਦਾ ਹੈ। ਤੋਂ ਅਸੀਂ ਇਸ ਤਰ੍ਹਾਂ ਮਤਲਬ ਪੋਲੀਟੀਕਲ ਬੰਦੇ ਤੇ ਇਸ ਤਰ੍ਹਾਂ ਗਲਤੀ ਕਰ ਸਕਦੇ ਨੇ, ਲੇਕਿਨ ਆਮ ਸੰਗਤ ਵਿੱਚ ਵੀ ਐਸੀ ਅਵੇਅਰਨੈਸ ਬੜੀ ਘੱਟ ਹੁੰਦੀ ਹੈ। ਤੇ ਉਸ ਅਵੇਅਰਨੈਸ ਕਰਕੇ ਹੀ ਜੇ ਇਹ ਪ੍ਰਭਾਤ ਫੇਰੀਆਂ ਜਿਹੜੀਆਂ ਹਨ ਉਹ ਕੱਢੀਆਂ ਜਾਂਦੀਆਂ ਹਨ ਤੇ ਸੰਗਤਾਂ ਨੂੰ ਸੂਚਨਾ ਦਿੱਤੀਆਂ ਜਾਂਦੀਆਂ ਹਨ ਕਿ ਤੁਸੀਂ ਸ਼ਬਦ ਤਿਆਰ ਕਰਕੇ ਤੇ ਉਸ ਪ੍ਰਭਾਤ ਫੇਰੀ ਦੇ ਵਿੱਚ ਤੁਸੀਂ ਸੇਵਾ ਕਰੋ, ਤੁਸੀਂ ਸ਼ਬਦ ਪੜ੍ਹੋ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਇਹ ਪ੍ਰਭਾਤ ਫੇਰੀਆਂ ਜਿਹੜੀਆਂ ਹਨ ਉਹ ਨਿਕਲਦੀਆਂ ਹਨ। ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨਾ ਚਾਹਨਾ ਕਿ ਹਰ ਚੀਜ਼ ਦਾ ਪੋਜ਼ਿਟਿਵ ਔਰ ਨੈਗੇਟਿਵ ਜਿਹੜਾ ਐਸਪੈਕਟ ਹੁੰਦਾ ਹੈ ਕਿ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਅੰਦਰ ਇਸ ਦਾ ਪੋਜ਼ਿਟਿਵ ਇੰਪੈਕਟ ਸੀਗਾ, ਉਹ ਹੁਣ ਜਿਹੜਾ ਹੌਲੀ ਹੌਲੀ ਉਹ ਉਸ ਦੇ ਅੰਦਰ ਜਿਹੜੀ ਹੈ ਉਹ ਨਿਗਾਰ ਜਿਹਾ ਆਉਣਾ ਸ਼ੁਰੂ ਹੋ ਗਿਆ। ਕਿਉਂਕਿ ਅਸੀਂ ਇੱਕ ਘਰ ਚੋਂ ਨਿਕਲ ਕੇ ਦੂਜੇ ਘਰ ਵਿੱਚ, ਦੂਜੇ ਘਰ ਤੋਂ ਨਿਕਲ ਕੇ ਤੀਜੇ ਘਰ ਵਿੱਚ, ਇੱਕ ਪਾਸੇ ਬ੍ਰੈਡ ਪਕੌੜੇ ਲੈ ਲਏ, ਇੱਕ ਪਾਸੇ ਚਾਹ ਪੀ ਲਈ, ਇੱਕ ਪਾਸੇ ਦੁੱਧ ਪੀ ਲਿਆ ਤੇ ਬਦਾਮਾਂ ਵਾਲਾ ਦੁੱਧ ਪੀ ਲਿਆ, ਤੇ ਫਿਰ ਉਹ ਪੈਕਟ ਭਰ ਕੇ ਅਸੀਂ ਆਪਣੇ ਘਰਾਂ ਨੂੰ ਜਿਹੜੇ ਹਨ ਪਰਤਦੇ ਹਾਂ। ਤੇ ਬਹੁਤੇ ਜਿਹੜੇ ਸ਼ਬਦ ਕੀਰਤਨ ਕਰਨ ਵਾਲੇ ਹਨ ਉਹਨਾਂ ਦਾ ਤੇ ਇਸ ਪਾਸੇ ਵੱਲ ਬਿਰਤੀ ਨਹੀਂ ਹੁੰਦੀ, ਲੇਕਿਨ ਜਿਹੜੇ ਨਾਲ ਹੋਰ ਜਿਹੜੇ ਤੁਰ ਰਹੇ ਹੁੰਦੇ ਹਨ ਉਹਨਾਂ ਦਾ ਇਹ ਹੁੰਦਾ ਕਿ ਅਸੀਂ ਥੈਲੇ ਭਰ ਕੇ, ਜਿਵੇਂ ਨਗਰ ਕੀਰਤਨ ਦੇ ਵਿੱਚ ਵੀ ਅਸੀਂ ਐਸਾ ਦੇਖਦੇ ਹਾਂ। ਤੋਂ ਇਹ ਨਿਗਾਰ ਜਿਹੜਾ ਹੈ ਸਾਨੂੰ ਇਸ ਨੂੰ ਠੱਲ ਪਾਉਣ ਦੀ ਲੋੜ ਹੈ। ਪ੍ਰਭਾਤ ਫੇਰੀਆਂ ਨਿਕਲਣੀ ਚਾਹੀਦੀਆਂ ਹਨ। ਇਹ ਅੱਛੀ ਚੀਜ਼ ਹੈ ਕਿ ਬੱਚਿਆਂ ਨੂੰ, ਦੂਜਿਆਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਜਿਹੜਾ ਹੈ ਉਹ ਬਲ ਮਿਲਦਾ ਹੈ ਔਰ ਫਿਰ ਗੁਰੂ ਸਾਹਿਬ ਦੀ ਬਾਣੀ ਯਾਦ ਕਰਕੇ ਫਿਰ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਕੇ ਸਾਡੇ ਇਹ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਵਸ ਹੈ। ਤਾਂ ਮੈਂ ਸਮਝਦਾ ਕਿ ਇਹ ਅੱਛੀ ਚੀਜ਼ ਹੈ। ਤੋਂ ਇਹਦੇ ਨਾਲ ਜਿਹੜਾ ਹੈ ਗੁਰਮਤਿ ਪ੍ਰਚਾਰ ਦੇ ਵਿੱਚ ਕਾਫੀ ਜਿਹੜੀ ਹੈ ਸਹਾਇਤਾ ਮਿਲਦੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛੀ ਚੀਜ਼ ਹੈ, ਗੁਰਮਤਿ ਪ੍ਰਚਾਰ ਤੇ ਦਾ ਪੋਜ਼ਿਟਿਵ ਅਸਰ ਹੈ, ਚੰਗੀ ਗੱਲ ਹੈ। ਪਰ ਨਾਲ ਜਿਹੜੀਆਂ ਪਹਿਲੀਆਂ ਗੱਲਾਂ ਵੀਰ ਜੀ ਨੇ ਦੱਸੀਆਂ ਉਹਨਾਂ ਨਾਲ ਖਿਆਲ ਰੱਖਣ ਦੀ ਲੋੜ ਹੈ ਵੀ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਜਿਹੜੇ ਨੇ ਇਹਨਾਂ 'ਚ ਬਹੁ ਗਿਣਤੀ ਔਰ ਬਹੁਤਾ ਸਮਾਂ ਜਿਹੜੀ ਕੰਸਨਟ੍ਰੇਸ਼ਨ ਹੈ ਉਹ ਖਾਣ ਪੀਣ ਮਤਲਬ ਜਾਂ ਲੰਗਰ ਛਕਾਉਣ ਤੇ ਜਾਂ ਲੰਗਰ ਛਕਣ ਦੇ। ਈਵਨ ਇੱਥੇ ਅਸੀਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਜਦ ਵੀ ਨਗਰ ਕੀਰਤਨ ਹੁੰਦਾ ਹੈ, ਇਹ ਠੀਕ ਹੈ ਕਿ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ, ਉਹਨਾਂ ਦੇ ਲਈ ਚਾਹ ਪਾਣੀ ਲੰਗਰ ਦੀ ਜ਼ਰੂਰਤ ਹੈ। ਪਰ ਲੋੜ ਤੋਂ ਵੱਧ ਭਾਵ ਇਹ ਹੈ ਕਿ ਇੰਨੀਆਂ ਜ਼ਿਆਦਾ, ਜਿਵੇਂ ਵੀਰ ਜੀ ਨੇ ਦੱਸ ਰਹੇ ਸੀ ਵੀ ਇਹ ਘਰ ਚੋਂ ਨਿਕਲੇ ਦੂਜੇ ਵਰਗੇ, ਇਹ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਜੇ ਜ਼ਰੂਰਤ ਹੈ 4 ਘੰਟੇ ਜਾਂ 2 ਘੰਟੇ ਜਾਂ 3 ਘੰਟੇ ਦਾ ਪ੍ਰੋਗਰਾਮ ਹੈ, ਉੱਤੇ ਵਿੱਚੋਂ ਇੱਕ ਬ੍ਰੇਕ ਦੇਣੀ ਹੈ, ਉਹਦੀ ਤੁਹਾਨੂੰ ਕੋਈ ਰਿਫਰੈਸ਼ਮੈਂਟ ਚਾਹੀਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਅਸੀਂ ਇਹਨੂੰ ਉਂਝ ਹੀ ਮਤਲਬ ਬਣਾਈ ਇਹੋ ਜਿਹਾ ਲਈਏ ਕਿ ਇੱਕ ਪ੍ਰਭਾਤ ਫੇਰੀ ਵਿੱਚ 10-10 20-20 ਥਾਂ ਤੇ ਉੱਥੇ ਰੁਕਣਾ ਪਵੇ ਔਰ ਉੱਥੇ ਲੰਗਰ ਪਾਣੀ ਜਾਂ ਚਾਹ ਪਾਣੀ ਦਾ ਜੋ ਵੀ ਪ੍ਰਬੰਧ ਹੈ, ਤੇ ਉਹਦਾ ਧਿਆਨ ਨੈਚੁਰਲੀ ਕਿੱਧਰ ਚਲ ਜਾਂਦਾ। ਮਤਲਬ ਹੈ ਵੀ ਅਸੀਂ ਆਪਣੇ ਅਸਲ ਜਿਹੜਾ ਸਾਡਾ ਮੁੱਦਾ ਹੈ, ਆਸ਼ਾ ਹੈ, ਅਗਰ ਉਹਦੇ ਤੇ ਜੁੜੇ ਰਹੀਏ ਤਾਂ ਚੀਜ਼ਾਂ ਚੰਗੀਆਂ ਨੇ। ਪਰ ਉਹਦੇ ਤੇ ਜੁੜਨ ਦੇ ਨਾਮ ਦੇ ਨਾਲ ਜਿਸ ਵੇਲੇ ਆਪਾਂ ਦੂਸਰੇ ਪਾਸੇ ਚਲ ਜਾਂਦੇ ਹਾਂ, ਔਰ ਕਈ ਵਾਰੀ ਮੈਂ ਦੇਖਿਆ ਵੀ ਇਹ ਤੇ ਬੜਾ ਜਿਵੇਂ ਹੁੰਦਾ ਨਾ ਇੱਕ ਦੂਜੇ ਦਾ ਕੰਪੀਟੀਸ਼ਨ ਹੁੰਦਾ ਬਈ ਉਹਦੇ ਘਰ ਚਾਹ ਪਕੌੜੇ ਇਹੋ ਜਿਹੇ ਸੀ, ਮੇਰੇ ਘਰ ਇਹੋ ਜਿਹੇ ਹੋਣੇ ਚਾਹੀਦੇ ਨੇ। ਇਹ ਆਪਾਂ ਦੂਜੇ ਪਾਸੇ ਤੁਰ ਪਏ ਹਾਂ। ਤਾਂ ਲੋੜ ਤੇ ਹੈ ਹਰ ਚੀਜ਼ ਦੀ ਜਾਗਰੂਕਤਾ ਦੀ। ਸਾਡੇ ਕੋਲ ਗੁਰਬਾਣੀ ਦਾ ਖਜ਼ਾਨਾ ਬਹੁਤ ਵਧੀਆ, ਪਰ ਅਸੀਂ ਗੁਰਬਾਣੀ ਵਿੱਚ ਖੁੱਭਣ ਦੀ ਥਾਂ ਤੇ ਅਸੀਂ ਫਾਰਮੈਲਿਟੀਆਂ ਵਿੱਚ ਜਾਂ ਦੇਖਾ ਦਿਖਾਈ ਆਲੇ ਦੁਆਲੇ ਜੋ ਹੁੰਦਾ ਹੈ, ਅਸੀਂ ਹਰ ਚੀਜ਼ ਨੂੰ ਆਪਣੇ ਆਪ 'ਚ ਐਕਸੈਪਟ ਕਰੀ ਜਾ ਰਹੇ ਹਾਂ। ਲੋੜ ਹੈ ਕਿ ਸਾਡੀ ਹੰਸ ਬਿਰਤੀ ਹੋਵੇ ਤੇ ਅਸੀਂ ਆਪਣੇ ਉਹੀਓ ਕੰਮ ਕਰੀਏ ਜਿਹੜੇ ਕੰਮ ਸਾਨੂੰ ਸ਼ੋਭਦੇ ਵੀ ਹੋਣ ਤੇ ਜਿਨ੍ਹਾਂ ਦਾ ਕੋਈ ਪੋਜ਼ਿਟਿਵ ਅਸਰ ਵੀ ਹੋਵੇ। ਜਿਸ ਤਰ੍ਹਾਂ ਵੀਰ ਜੀ ਨੇ ਸਾਨੂੰ ਦੱਸਿਆ। ਤੋ ਤਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਇੱਕ ਸਵਾਲ ਹੋਰ ਆਇਆ ਕਿ ਬਾਬਾ ਬੁੱਢਾ ਜੀ ਵੱਲੋਂ ਜਿਹੜਾ 5 ਗੁਰੂ ਸਾਹਿਬਾਨ ਨੂੰ ਤਿਲਕ ਲਾਉਣ ਦੀ ਗੱਲ ਹੈ, ਇਸ ਸਾਖੀ ਚੱਲਦੀ ਹੈ, ਇਹਦੇ ਬਾਰੇ ਉਹਨਾਂ ਨੇ ਪੁੱਛਿਆ ਬਈ ਇਹਦੇ ਕੀ ਕਿਹਾ ਜਾਏ ਵੀ ਠੀਕ ਹੈ ਕਿੱਦਾਂ। ਤੋ ਇਹ ਸਵਾਲ ਜਿਹੜਾ ਆਲਰੇਡੀ ਅਸੀਂ ਕਾਫੀ ਸਮਾਂ ਪਹਿਲੇ ਲੈ ਚੁੱਕੇ ਹਾਂ। ਤੋ ਫਿਰ ਵੀ ਮੈਂ ਬੇਨਤੀ ਕਰਦੇ ਹਾਂ
ਕਿ ਉੱਥੇ ਵੀ ਜਿਹੜੀ ਗੱਲ ਆਪਾਂ ਕੀਤੀ ਸੀ, ਮੈਂ ਸ਼ਾਰਟ ਜਿਹਾ ਦੱਸ ਦੇਣਾ ਕਿ ਤਿਲਕ ਦਾ ਅਰਥ ਕੇਵਲ ਮੱਥੇ ਤੇ ਟਿੱਕਾ ਲਾਉਣਾ ਨਹੀਂ ਹੈ, ਤਿਲਕ ਦੇ ਹੋਰ ਵੀ ਅਰਥ ਨੇ। ਤੋ ਇੱਕ ਤਿਲਕ ਦਾ ਅਰਥ ਜ਼ਿੰਮੇਵਾਰੀ ਦੇਣੀ ਹੁੰਦੀ ਹੈ, ਟਿੱਕੇ ਦਾ ਅਰਥ ਵੀ ਜ਼ਿੰਮੇਵਾਰੀ ਦੇਣੀ ਹੁੰਦੀ ਹੈ। ਜਿਸ ਵੇਲੇ ਰਾਜੇ ਮਹਾਰਾਜੇ ਆਪਣੇ ਉਹਨਾਂ ਦੇ ਪ੍ਰਿੰਸ ਨੂੰ ਕੋਈ ਜ਼ਿੰਮੇਵਾਰੀ ਦਿੰਦੇ ਸਨ ਜਾਂ ਅੱਗੋਂ ਉਹ ਉਹਨਾਂ ਦਾ ਜਾਨਸ਼ੀਨ ਬਣਦਾ ਸੀ, ਤਾਂ ਉਹਨੂੰ ਕਹਿੰਦੇ ਸੀ ਇਹਨੂੰ ਟਿੱਕਾ ਲਾਇਆ ਜਾਂਦਾ ਹੈ, ਔਰ ਕਈਆਂ ਥਾਂ ਤੇ ਉਹਨੂੰ ਟਿੱਕਾ ਸਾਹਿਬ ਵੀ ਕਿਹਾ ਜਾਂਦਾ। ਈਵਨ ਜਿਹੜੇ ਸਾਡੇ ਗੁਰੂ ਘਰ ਤੋਂ ਜਿਹੜੇ ਮੁਨਕਰ, ਜਿਹਨਾਂ ਨੂੰ ਆਪਾਂ ਮੀਨੇ ਮਸੰਦ ਕਹਿੰਦੇ ਹਾਂ, ਉਹਨਾਂ ਨੇ ਆਪਣੀਆਂ ਗੱਦੀਆਂ ਹੁਣ ਤੱਕ ਚਲਾਈਆਂ ਨੇ, ਤੇ ਉਹ ਬਕਾਇਦਾ ਜਿਹੜਾ ਹੈ ਉਹ ਆਪਣੇ ਜਿਹੜੇ ਨੈਕਸਟ ਹੁੰਦਾ ਜਾਨਸ਼ੀਨ ਹੁੰਦਾ ਟਿੱਕਾ ਸਾਹਿਬ ਵੀ ਕਹਿੰਦੇ ਨੇ ਹੁਣ। ਸੋ ਟਿੱਕਾ ਜਾਂ ਤਿਲਕ ਦਾ ਮਤਲਬ ਕੋਈ ਮੱਥੇ ਤੇ ਤਿਲਕ ਲਾਉਣਾ ਨਹੀਂ, ਜ਼ਿੰਮੇਵਾਰੀ ਹੈ। ਇਹ ਠੀਕ ਹੈ ਕਿ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਨੇ 6 ਗੁਰੂ ਸਾਹਿਬਾਨ ਦੇ, ਤੇ ਉਹਨਾਂ ਦੇ ਮਤਲਬ ਹਯਾਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਾ ਇਹ ਜਿਹੜੀ ਜ਼ਿੰਮੇਵਾਰੀ ਹੈ, ਉੱਥੇ ਮੈਂ ਤਿਲਕ ਲਫ਼ਜ਼ ਗੁਰਿਆਈ ਦਾ ਜ਼ਿੰਮੇਵਾਰੀ ਲਈ ਵਰਤਦੇ। ਪਰ ਇਹਨੂੰ ਆਪਾਂ ਜਿਵੇਂ ਕੁਝ ਫੋਟੋ ਕਲਚਰ ਵੀ ਵਾਧਾ ਕਰਤਾ ਹੈ, ਤੇ ਕਈ ਥਾਂ ਤੇ ਜਿਹੜੇ ਲਿਖਾਰੀ ਨੇ ਉਹਨਾਂ ਨੇ ਸਿਰਫ ਤਿਲਕ ਲਫ਼ਜ਼ ਲਿਖਿਆ, ਕਈਆਂ ਨੇ ਲਿਖਤਾ ਜੀ ਨਾਲ 5 ਪੈਸੇ ਵੀ ਦਿੱਤੇ ਨੇ। ਹੁਣ ਇਹ ਵੀ ਨਹੀਂ ਸਮਝ ਆਉਂਦੀ ਵੀ 5 ਪੈਸੇ ਜਿਹੜੇ ਨੇ ਉਹ ਦੇਣੇ ਕਿਉਂ ਜ਼ਰੂਰੀ ਨੇ, ਕਿੱਦਾਂ। ਤੇ ਇਦੋਂ ਅੱਗੇ ਚੱਲ ਕੇ ਤਾਂ ਕਈ ਲਿਖਾਰੀਆਂ ਤੇ ਲਿਖਤਾ ਜੀ 5 ਪੈਸੇ ਤੇ ਨਰੀਅਲ ਵੀ ਐਡ ਕਰਤਾ ਵਿੱਚ, ਮਤਲਬ ਜੋਤ ਦੇ ਇਲਾਵੇ ਆਪਾਂ ਕਹੀ ਜਾਣਾ ਹੈ। ਤੇ ਉਹਨਾਂ ਨੇ ਸਿੰਬੋਲਿਕ ਉਹਨਾਂ ਦੇ ਮਨ 'ਚ ਇਹੀ ਲਿਖਣ ਵਾਲਿਆਂ ਦੇ ਕਿ ਵਾਕਈ ਇਹਨਾਂ ਨੂੰ ਟਿੱਕਾ ਮੱਥੇ ਤੇ ਲਗਾਇਆ ਹੋਣਾ, ਨਾਲ 5 ਪੈਸੇ ਰੱਖੇ ਹੋਣੇ, ਨਾਲ ਨਰੀਅਲ ਦਿੱਤਾ ਹੋਣਾ। ਹਾਲਾਂਕਿ ਨਰੀਅਲ ਦੀ ਜਿਹੜੀ ਹੈ ਉਹ ਕਿਸੇ ਹੋਰ ਮਤ ਨਾਲ ਸੰਬੰਧ ਹੈ, ਔਰ ਉਹ ਵੀ ਉਹਨੂੰ ਕਿਉਂ ਵਰਤਦੇ ਨੇ, ਉਹ ਕਹਿੰਦੇ ਇਹ ਕੁਰਬਾਨੀ ਵੀ ਬਜਾਏ ਕਿਸੇ ਬੰਦੇ ਦੀ ਬਲੀ ਦੇਣ ਦੇ ਜਾਂ ਕਿਸੇ ਜਾਨਵਰ ਦੀ ਬਲੀ ਦੇਣ ਦੇ, ਉਹ ਇਹਦੇ ਨਾਲ ਹੀ ਕੰਮ ਸਾਰ ਲੈਂਦੇ ਨੇ। ਪਰ ਸਾਡੇ ਕਲਚਰ ਦੇ ਵਿੱਚ ਜਾਂ ਸਾਡੇ ਮਜ਼ਹਬ ਦੇ ਵਿੱਚ ਇਹਦਾ ਕੋਈ ਕਿਸੇ ਕਿਸਮ ਦਾ ਸਥਾਨ ਨਹੀਂ ਹੈ। ਇੰਨਾ ਠੀਕ ਹੈ ਕਿ ਜਿਸ ਵੇਲੇ ਦੂਜੇ ਗੁਰੂ ਸਾਹਿਬਾਨ ਨੂੰ, ਦੂਜੇ ਤੋਂ ਤੀਜੇ ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਮਿਲੀ ਹੈ, ਤੇ ਬਾਬਾ ਬੁੱਢਾ ਜੀ ਉੱਥੇ ਹਾਜ਼ਰ ਸਨ, ਔਰ ਉਹ ਕਿਉਂਕਿ ਗੁਰੂ ਘਰ ਦੇ ਆਨੰਦ ਸੇਵਕ ਔਰ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਦੀ ਸੰਗਤ ਚੱਲ ਰਹੀ ਸੀ, ਤੇ ਉਹਨਾਂ ਦਾ ਉੱਥੇ ਹੋਣਾ ਜਾਂ ਉਹਨਾਂ ਦਾ ਉੱਥੇ ਮੈਂ ਤੇ ਇਹ ਵੀ ਕਹਾਂਗਾ ਵੀ ਉਹਨਾਂ ਦੇ ਅੱਜ ਆਪਣੇ ਵੱਲੋਂ ਐਜ਼ ਏ ਬਜ਼ੁਰਗ ਉਹ ਰਸਮ ਨਿਭਾਈ ਵੀ ਹੋਵੇ ਵੀ ਆਓ ਜੀ ਤੁਸੀਂ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ, ਤੇ ਇੰਨੀ ਤੇ ਹੋ ਸਕਦੀ ਹੈ। ਪਰ ਜਿਹੜਾ ਅਸੀਂ ਤਿਲਕ ਲਾਉਣ ਦੀ ਗੱਲ ਕਰਦੇ ਹਾਂ ਜਾਂ ਟਿੱਕੇ ਲਾਉਣ ਦੀ ਗੱਲ ਕਰਦੇ ਹਾਂ, ਉਹ ਨਹੀਂ। ਤੋ ਸਵਾਲਕਰਤਾ ਨੇ ਸਵਾਲ ਕੀਤਾ, ਮੈਂ ਖਿਮਾ ਕਰਨਾ ਮੈਂ ਸਮਾਂ ਲੈ ਗਿਆ ਕਿਉਂਕਿ ਇਹ ਕਾਫੀ ਸਮਾਂ ਪਹਿਲੇ ਸਵਾਲ ਜਿਹੜਾ ਹੋ ਚੁੱਕਾ ਸੀ। ਤੋ ਆਓ ਸਾਧ ਸੰਗਤ ਜੀ ਅਗਲੇ ਸਵਾਲ ਵੱਲ ਚਲਦੇ ਹਾਂ। ਅਗਲਾ ਸਵਾਲ ਹੈ ਜੀ ਕਿ ਕੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਜੁਰਾਬਾਂ ਉਤਾਰ ਕੇ ਪੈਰ ਧੋਣਾ ਜ਼ਰੂਰੀ ਹੈ ਕਿ ਨਹੀਂ? ਕਿਉਂਕਿ ਵੀਰ ਹਰਜੀਤ ਸਿੰਘ ਜੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਲਾ ਕੇ ਉਹਨਾਂ ਨੇ ਬੜੇ ਹੀ ਡਿਟੇਲ ਦੇ ਨਾਲ ਸਾਨੂੰ ਇੱਕ ਮੱਦ ਜਿਹੜੀ ਹੈ ਉਹ ਦੱਸੀ ਸੀ, ਔਰ ਇਹਦੇ 'ਚ ਇਹ ਐਸਾ ਟਾਪਿਕ ਵੀ ਆਇਆ ਸੀਗਾ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਰਪਾ ਕਰਕੇ ਇਹਨੂੰ ਹੋਰ ਚਾਨਣਾ ਪਾਉਣ ਕਿ ਕਿਆ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਜਰਾਬਾਂ ਉਤਾਰ ਕੇ ਔਰ ਪੈਰ ਧੋ ਕੇ ਜਾਣਾ ਜ਼ਰੂਰੀ ਹੈ ਜਾਂ ਕਿਹਨਾਂ ਹਾਲਤਾਂ ਜ਼ਰੂਰੀ ਹੈ? ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 10 ਦੇ ਉੱਤੇ ਜੋ 2015 ਦਾ ਐਡੀਸ਼ਨ ਹੈ, ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜੋ ਰਹਿਤ ਮਰਿਆਦਾ ਛਪੀ ਹੋਈ ਹੈ, ਗੁਰਦੁਆਰਾ ਸਰਲੇਖ ਦੀ ਅਗੰਗਾ ਜਿਹੜੀ ਮੱਧ ਹੈ ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਜੋ ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਏ। ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਚਾਹੀਏ। ਇਸ ਮੱਧ ਦੇ ਮੁਤਾਬਕ ਜੋ ਜਰਾਬਾਂ ਲਾਹੁਣ ਜਾਂ ਪਾਉਣ ਦਾ ਜ਼ਿਕਰ ਕਿਤੇ ਵੀ ਨਹੀਂ ਮਿਲਦਾ। ਹੁਣ ਸਾਨੂੰ ਥੋੜੀ ਜਿਹੀ ਆਪਣੀ ਵਿਵੇਕ ਬੁੱਧ ਦੀ ਵਰਤੋਂ ਕਰਨੀ ਪਏਗੀ, ਕਿਉਂਕਿ ਵਿਸਤਾਰ ਰਹਿਤ ਮਰਿਆਦਾ ਇਸ ਤੋਂ ਇਲਾਵਾ ਹੋਰ ਸਾਨੂੰ ਜ਼ਿਕਰ ਨਹੀਂ ਮਿਲਦਾ। ਦੋ ਵਿਚਾਰ ਇਹਦੇ ਵਿੱਚ ਸਾਹਮਣੇ ਆਉਂਦੇ ਨੇ। ਕੁਝ ਲੋਕਾਂ ਦਾ, ਕੁਝ ਸੰਗਤ ਦਾ ਵਿਚਾਰ ਹੈ ਜੀ ਜੋੜੇ ਤੇ ਜਰਾਬਾਂ ਪਾ ਕੇ ਚਲੇ ਜਾਣ 'ਚ ਕੋਈ ਹਰਜ ਨਹੀਂ ਹੈ। ਕੁਝ ਐਸੇ ਵਿਚਾਰ ਨੇ ਵੀ ਨਹੀਂ, ਬਿਲਕੁਲ ਨਹੀਂ ਪੈਣੀਆਂ ਚਾਹੀਦੀਆਂ, ਇਹ ਵੀ ਵਿਚਾਰ ਆਉਂਦੇ ਨੇ। ਮੇਰੀ ਬੇਨਤੀ ਹੈ, ਸਿੱਖ ਧਰਮ ਇੱਕ ਨਿਰਾਲਾ ਧਰਮ ਹੈ।
ਇਹਦੇ ਵਿੱਚ ਗਿਆਨ ਤੇ ਸ਼ਰਧਾ ਦੋ ਚੀਜ਼ਾਂ ਦਾ ਸੁਮੇਲ ਹੈ। ਇਕੱਲੀ ਸ਼ਰਧਾ ਮਨੁੱਖ ਨੂੰ ਕਰਮਕਾਂਡੀ ਬਣਾ ਦਿੰਦੀ ਹੈ ਤੇ ਇਕੱਲਾ ਗਿਆਨ ਹੰਕਾਰੀ ਬਣਾ ਦਿੰਦਾ ਹੈ। ਜੇ ਇਕੱਲੇ ਗਿਆਨ ਦੀ ਗੱਲ ਕਰੀਏ, ਗਿਆਨਵਾਨ ਇਹ ਗੱਲ ਕਰਨਗੇ ਇੰਨੀ ਜਰਾਬਾਂ ਪਾਉਣ ਵਿੱਚ ਕੋਈ ਹਰਜ ਨਹੀਂ, ਤੇ ਸ਼ਰਧਾਵਾਨ ਇਹ ਗੱਲ ਕਰਨਗੇ ਨਹੀਂ ਇਹ ਗੁਰੂ ਸਾਹਿਬ ਦੀ ਨਰਾਦਰੀ ਹੈ। ਦੋ ਚੀਜ਼ਾਂ ਦਾ ਟਕਰਾਓ ਖੜਾ ਹੋ ਜਾਏਗਾ। ਗੁਰਦੁਆਰੇ ਟਕਰਾਓ ਕਰਨ ਲਈ ਨਹੀਂ ਹਨ, ਇਹ ਸਤਿਗੁਰੂ ਦੀ ਪਾਠਸ਼ਾਲਾ ਹੈ, ਕੁਝ ਸਿੱਖਣ ਲਈ ਹਨ। ਇਸ ਗੱਲ ਦੇ ਉੱਤੇ ਝਗੜਾ ਖੜਾ ਕਰਕੇ ਅਸੀਂ ਸੰਗਤ ਨੂੰ ਆਉਣ ਤੋਂ ਹੀ ਰੋਕ ਦਈਏ, ਇਹ ਵੀ ਗੱਲ ਕੋਈ ਸ਼ੋਭਾ ਨਹੀਂ ਦਿੰਦੀ। ਚੰਗੀ ਗੱਲ ਇਹ ਹੈ ਕਿ ਜਦੋਂ ਸਾਡੇ ਸਰੀਰ ਤੰਦਰੁਸਤ ਹਨ, ਅਸੀਂ ਠੀਕ ਤਰ੍ਹਾਂ ਬੈਠ ਸਕਦੇ ਹਾਂ, ਤਾਂ ਫਿਰ ਸਾਨੂੰ ਜਰਾਬਾਂ ਉਤਾਰ ਦੇਣੀਆਂ ਹੀ ਚੰਗੀਆਂ ਹਨ। ਪਰ ਜੇ ਸਿਹਤ ਪੱਖ ਤੋਂ ਸਰੀਰਕ ਮਜਬੂਰੀ ਕਰਕੇ ਜੇ ਕੋਈ ਪ੍ਰੋਬਲਮ ਹੋਵੇ ਜਾਂ ਤਕਲੀਫ ਹੋਵੇ, ਤਾਂ ਫਿਰ ਜਰਾਬਾਂ ਪਾਉਣ ਵਿੱਚ ਹਰਜ ਕੋਈ ਨਹੀਂ ਹੈ। ਇਸੇ ਸਾਨੂੰ ਜਿੱਦ ਨਹੀਂ ਕਰਨੀ ਚਾਹੀਦੀ, ਨਾ ਹੀ ਸਾਨੂੰ ਆਪਸ ਚ ਲੜਾਈ ਝਗੜੇ ਕਰਨੇ ਚਾਹੀਦੇ ਹਨ ਵੀ ਨਹੀਂ ਜੀ ਲਾ ਕੇ ਆਓ ਜਾਂ ਨਹੀਂ ਜੀ ਪਾ ਕੇ ਆਓ। ਇਹ ਝਗੜੇ ਵਾਲਾ ਮਸਲਾ ਹੈ ਨਹੀਂ। ਸਰੀਰਕ ਮਜਬੂਰੀ ਵਿੱਚ ਕੁਝ ਹਾਲਾਤ ਐਸੇ ਵੀ ਹੁੰਦੇ ਹਨ, ਜਿਵੇਂ ਜੰਮੂ ਕਸ਼ਮੀਰ ਵਿੱਚ ਅੱਜ ਕੱਲ੍ਹ ਤੁਸੀਂ ਇੱਥੋਂ ਵਾਲਾ ਫੋਰਨ ਵਾਲਾ ਸਿਸਟਮ ਉੱਥੇ ਨਹੀਂ ਹੈ। ਇੰਡੀਆ ਦੇ ਗੁਰਦੁਆਰਿਆਂ ਵਿੱਚ ਉੱਥੇ ਹੀਟਰ ਜਾਂ ਹੀਟੀ ਜਿਹੜੀ ਹੈ ਸੈਂਟਰਲ ਹੀਟ ਸਿਸਟਮ ਨਹੀਂ ਹੈ। ਉੱਥੇ ਠੰਡ -10 ਡਿਗਰੀ 8 ਡਿਗਰੀ ਟੈਂਪਰੇਚਰ ਹੈ, ਬਾਹਰ ਬਰਫ਼ ਹੈ, ਸਨੋ ਜੰਮੀ ਹੋਈ ਹੈ, ਨੰਗੇ ਪੈਰ ਫਰੀਜ਼ ਹੋ ਜਾਂਦੇ ਆ। ਹੁਣ ਇਹਨਾਂ ਹਾਲਾਤਾਂ ਵਿੱਚ ਅਸੀਂ ਇਸ ਗੱਲ ਤੇ ਅੜ ਜਾਈਏ ਨਹੀਂ ਜੀ ਜਰਾਬ ਨਹੀਂ ਪਾਉਣੀ ਚਾਹੀਦੀ, ਜਾਂ ਅਸੀਂ ਲੋਈ ਨਾ ਢੱਕ ਲਈਏ। ਬੇਨਤੀ ਮੇਰੀ ਇਹ ਹੈ ਵੀ ਲੋਈ ਵੀ ਤਾਂ ਪੈਰਾਂ ਨੂੰ ਹੀ ਲੱਗਦੀ ਹੈ। ਜੇ ਲੋਈ ਇੱਕ ਵਾਰੀ ਪੈਰਾਂ ਨੂੰ ਲੱਗ ਗਈ ਤਾਂ ਉਹ ਫਿਰ ਪਵਿੱਤਰ ਕਿਵੇਂ ਰਹਿ ਗਈ। ਕਈ ਵਾਰੀ ਅਸੀਂ ਇਹ ਦਲੀਲ ਦਿੰਦੇ ਹਾਂ ਜੀ ਲੋਈ ਨਾ ਢੱਕ ਲੈਣੀ ਚਾਹੀਦੀ ਨੇ। ਇਹ ਗੱਲਾਂ ਧਰਮ ਪ੍ਰਚਾਰ ਦੇ ਵਿੱਚ ਕੋਈ ਸਹਾਇਤਾ ਨਹੀਂ ਕਰਦੀਆਂ ਜਦੋਂ ਅਸੀਂ ਇਹਨਾਂ ਦੇ ਉੱਤੇ ਆ ਕੇ ਅੜ ਕੇ ਖੜੇ ਹੋ ਜਾਂਦੇ ਹਾਂ। ਸਪਸ਼ਟ ਗੱਲ ਜਿਹੜੀ ਰਹਿਤ ਮਰਿਆਦਾ 'ਚ ਲਿਖੀ ਮਿਲਦੀ ਇੰਨੀ ਕੀ ਮਿਲਦੀ ਹੈ ਵੀ ਗੁਰਦੁਆਰੇ ਜਾਣ ਲੱਗਿਆ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਏ। ਸੁਥਰਾ ਦਾ ਮਤਲਬ, ਕਿਉਂਕਿ ਅੱਗੇ ਪੈਰਾਂ ਦੀ ਗੱਲ ਆ ਗਈ ਤਾਂ ਮਤਲਬ ਹੱਥ ਸਾਫ਼ ਕਰਕੇ ਜਾਣ ਦੀ ਗੱਲ ਹੈ। ਜਿਹੜਾ ਜੇ ਅਸੀਂ ਜੇ ਜੋੜੇ ਲਾਏ ਹਨ ਤਾਂ ਆਪਾਂ ਨੂੰ ਹੱਥ ਧੋਣੇ ਚਾਹੀਦੇ ਨੇ। ਉਸ ਤੋਂ ਬਾਅਦ ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਦੇ। ਇੱਥੇ ਸਵਾਲ ਮੈਲੇ ਜਾਂ ਗੰਦੇ ਦੀ ਗੱਲ ਨਾਲ ਲਿਖੀ ਹੋਈ ਹੈ। ਆਮ ਹਾਲਤਾਂ ਵਿੱਚ ਪੈਰ ਧੋਣ ਦੀ ਗੱਲ ਵੀ ਨਹੀਂ ਲਿਖੀ ਹੋਈ। ਤੋ ਚੰਗੀ ਗੱਲ ਹੈ ਅਸੀਂ ਧੋ ਕੇ ਜਾਈਏ, ਸਾਫ਼ ਸੁਥਰਾ ਕਰਕੇ ਜਾਈਏ, ਗੁਰੂ ਦਰਬਾਰ 'ਚ ਜਾ ਰਹੇ ਹਾਂ। ਹਾਂ, ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ, ਕਮ ਸੇ ਕਮ ਤਾਬਿਆ ਬੈਠੇ ਜਿਹੜੇ ਸਿੰਘ ਨੇ ਉਹਨਾਂ ਨੂੰ ਜਰਾਬਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਤਾਂ ਕਿ ਅਸੀਂ ਗੁਰੂ ਦਾ ਸਤਿਕਾਰ ਭਾਵਨੀ ਜਿਹੜੀ ਭਾਵੇਂ ਬਾਹਰਮੁਖੀ ਸਤਿਕਾਰ ਹੀ ਹੈ, ਅੰਤਰਮੁਖੀ ਸਤਿਕਾਰ ਨਹੀਂ ਹੈ, ਤਾਂ ਬਾਹਰਮੁਖੀ ਸਤਿਕਾਰ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ। ਬਿਨਾਂ ਪਿਆਰ ਤੋਂ, ਬਿਨਾਂ ਸ਼ਰਧਾ ਤੋਂ ਧਰਮ ਨਹੀਂ ਪਾਲਿਆ ਜਾਂਦਾ, ਤੇ ਬਿਨਾਂ ਗਿਆਨ ਤੋਂ ਵੀ ਧਰਮ ਨਹੀਂ ਪਾਲਿਆ ਜਾਂਦਾ। ਇਸ ਵਾਸਤੇ ਗਿਆਨ ਤੇ ਸ਼ਰਧਾ ਨੂੰ ਆਪਾਂ ਇਕੱਠੇ ਕਰਕੇ ਚੱਲੀਏ। ਮੇਰੀ ਨਿੱਜੀ ਵਿਚਾਰ ਮੁਤਾਬਕ ਇਹਨਾਂ ਗੱਲਾਂ ਦੇ ਉੱਤੇ, ਛੋਟੀਆਂ ਗੱਲਾਂ ਦੇ ਉੱਤੇ ਸਾਨੂੰ ਅੜੀ ਕਰਕੇ ਸੰਗਤ ਵਿੱਚ ਦੁਫਾੜ ਨਹੀਂ ਪਾਉਣਾ ਚਾਹੀਦਾ, ਨਾ ਹੀ ਸੰਗਤ ਵਿੱਚ ਕਦੀ ਟਕਰਾਰ ਖੜਾ ਕਰਨਾ ਚਾਹੀਦਾ ਹੈ। ਸਰੀਰਕ ਮਜਬੂਰੀ ਹੈ ਤਾਂ ਉਹਦੇ 'ਚ ਕੋਈ ਹਰਜ ਨਹੀਂ, ਪਰ ਆਮ ਹਾਲਤਾਂ ਵਿੱਚ ਸਾਨੂੰ ਜਰਾਬਾਂ ਉਤਾਰ ਲੈਣੀਆਂ ਹੀ ਉਹ ਚੰਗੀਆਂ ਹਨ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਤੇ ਸ਼ਰਧਾ ਦਾ ਸੁਮੇਲ ਬੜਾ ਜ਼ਰੂਰੀ ਹੈ। ਵੀਰ ਜੀ ਨੇ ਦੱਸਿਆ, ਜ਼ਿੱਦ ਨਹੀਂ ਕਰਨੀ। ਗੱਲ ਤੇ ਹੈ ਕਿ ਅਸੀਂ ਆਪਣੇ ਜਿਹੜੇ ਧਾਰਮਿਕ ਸਥਾਨ ਨੇ, ਦੇਖੋ ਵੈਸੇ ਵੀ ਸਾਰੇ ਸੰਸਾਰ ਵਿੱਚ ਇਹ ਗੱਲ ਤਾਂ ਬੜੀ ਪੱਕੀ ਮੰਨੀ ਹੈ ਵੀ ਜਿਹੜੇ ਸਿੱਖ ਧਰਮ ਦੇ ਧਾਰਮਿਕ ਸਥਾਨ ਨੇ ਉਹਨਾਂ 'ਚ ਸਫਾਈ ਦੀ ਇੰਨੀ ਜ਼ਿਆਦਾ ਖਿਆਲ ਰੱਖਿਆ ਜਾਂਦਾ ਕਿ ਉਹਦਾ ਕੋਈ ਵੀ ਮੈਚ ਨਹੀਂ। ਔਰ ਇਹ ਗੱਲ ਸਹੀ ਹੈ। ਮੈਨੂੰ ਇੱਕ ਗੱਲ ਯਾਦ ਆ ਗਈ ਬੜੀ ਪੁਰਾਣੀ। ਮੇਰੀ ਪੋਸਟਿੰਗ ਅੰਮ੍ਰਿਤਸਰ ਸੀ ਤੇ ਕਿਸੇ ਮਹਿਕਮੇ ਦਾ ਕੋਈ ਆਲਾ ਅਫਸਰ ਪਹਿਲੀ ਵਾਰੀ ਅੰਮ੍ਰਿਤਸਰ ਆਉਣਾ ਸੀ ਤੇ ਮੈਨੂੰ ਫੋਨ ਆਇਆ, ਮੇਰੀ ਡਿਊਟੀ ਲੱਗ ਗਈ ਵੀ ਇਹਨਾਂ ਨੂੰ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਮੈਂ ਪਹਿਲੀ ਵਾਰੀ ਅੰਮ੍ਰਿਤਸਰ ਆ ਰਿਹਾ ਤੇ ਮੇਰੀ ਮਦਰ ਨੇ ਕਿਹਾ ਵੀ ਕਾਕਾ ਕਿਤੇ ਵੀ ਜਾਣ ਤੋਂ ਪਹਿਲਾਂ ਤੂੰ ਦਰਬਾਰ ਸਾਹਿਬ ਜ਼ਰੂਰ ਜਾ। ਤਾਂ ਮੇਰੀ ਜ਼ਿੰਮੇਵਾਰੀ ਲੱਗ ਗਈ, ਮੈਂ ਉਹਨਾਂ ਨਾਲ ਸਮਾਂ ਫਿਕਸ ਕਰਕੇ ਸਵੇਰੇ ਅਸੀਂ ਚਲੇ ਗਏ।
ਉਹ ਜਿਸ ਵੇਲੇ ਪਰਿਕਰਮਾ ਕੀਤੀ ਤੇ ਉਹ ਮੈਨੂੰ ਬੜਾ ਜਿਹਾ ਹੁੰਦਾ ਨਾ, ਬੰਦਾ ਕਿਸੇ ਦੀ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ। ਉਹ ਮੈਨੂੰ ਕਹਿੰਦਾ ਹੈ ਏਡੀ ਸਫਾਈ, ਵੀ ਇੱਥੇ ਇੰਨੇ ਹਜ਼ਾਰਾਂ ਲੱਖਾਂ ਲੋਕ ਆਉਂਦੇ ਨੇ ਤੇ ਸੰਗਤ ਆਉਂਦੀ ਏਡੀ ਵੱਡੀ, ਤੇ ਹੁਣ ਵੀ ਕਹਿੰਦਾ ਦੇਖੋ ਕਿੰਨੀ ਖਚਾ ਖਚ ਸੰਗਤ ਆ ਰਹੀ ਹੈ। ਕਹਿੰਦਾ ਮੈਨੂੰ ਸਾਰੀ ਪਰਿਕਰਮਾ ਦੇ ਵਿੱਚ ਕਿਤੇ ਕੋਈ ਇੱਕ ਵੀ ਕੋਈ ਕਾਗਜ਼ ਦਾ ਟੁਕੜਾ ਜਾਂ ਕੋਈ ਹੋਰ ਬਿਲਕੁਲ ਨਹੀਂ ਮਿਲਿਆ। ਬੜਾ ਹੈਰਾਨ ਹੋਇਆ। ਤੇ ਮੈਂ ਕਿਹਾ ਵੀ ਗੱਲ ਇਹ ਆ ਜੀ, ਬਈ ਇਹ ਸ਼ਰਧਾ ਹੈ, ਜਿੱਥੇ ਜ਼ਰੂਰਤ ਹੈ ਉੱਥੇ ਸ਼ਰਧਾ ਵੀ ਹੈ। ਬਈ ਸਵੇਰ ਔਰ ਸ਼ਾਮ, ਤੇ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤੇ ਸਵੇਰੇ 4 ਵਜੇ ਤੇ ਸ਼ਾਮੀ 4 ਵਜੇ ਸਾਰੀ ਪਰਿਕਰਮਾ ਜਿਹੜੀ ਉਹਨੂੰ ਧੋਤਾ ਜਾਂਦਾ ਹੈ। ਇਹਦਾ ਮਤਲਬ ਹੈ ਵੀ ਇਹ ਮੈਂ ਸਫਾਈ ਪੱਖੋਂ ਦੇਖੋ ਵੀ ਕਿੱਡਾ ਹੈ। ਔਰ ਕਿਸੇ ਵੀ ਗੁਰਦੁਆਰਾ ਸਾਹਿਬਾਨ ਆਪਾਂ ਚਲੇ ਜਾਂਦੇ ਹਾਂ, ਸਫਾਈ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਔਰ ਰੱਖਣਾ ਵੀ ਚਾਹੀਦਾ। ਤੋ ਇਹ ਇੱਕ ਸਫਾਈ ਦਾ ਜ਼ਰੂਰ ਚਿੰਨ੍ਹ ਹੈ ਕਿ ਅਸੀਂ, ਜਿਵੇਂ ਵੀਰ ਜੀ ਨੇ ਦੱਸਿਆ ਹੀ ਹੈ, ਵੀ ਜੇ ਪੈਰ ਤੁਹਾਡੇ ਗੰਦੇ ਨੇ ਤਾਂ ਜ਼ਰੂਰ ਧੋ ਕੇ ਜਾਓ, ਉਹਦੇ ਬਗੈਰ ਨਾ ਜਾਓ। ਦੇਖੋ ਅਸੀਂ ਕਿਤੇ ਵੀ ਜਾਣਾ ਹੋਵੇ ਇਸ ਗੱਲ ਦਾ ਖਿਆਲ ਰੱਖਦੇ ਹਾਂ। ਇਹ ਤੇ ਹੈ ਹੀ ਗੁਰਦੁਆਰਾ ਹੈ, ਇੱਥੇ ਤੇ ਸੰਗਤਾਂ ਨੇ ਬਹਿਣ ਨੇ। ਇੱਥੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਮਾਨਸਿਕ ਸਕੂਨ ਲੈਣ ਲਈ ਆਉਂਦੀਆਂ ਨੇ, ਤੇ ਜੇ ਉੱਥੇ ਹੀ ਸਫਾਈ ਨਹੀਂ ਹੋਏਗੀ ਤੇ ਸਕੂਨ ਕਿੱਥੋਂ ਆਏਗਾ। ਸੋ ਇਸ ਕਰਕੇ ਜ਼ਰੂਰੀ ਹੈ, ਸੋ ਸਫਾਈ ਪੱਖੋਂ ਇਹ ਬੜਾ ਜ਼ਰੂਰੀ ਹੈ। ਸ਼ਰਧਾ ਹੋਣੀ ਚੰਗੀ ਗੱਲ ਹੈ, ਵੀ ਦੱਸਿਆ ਗਿਆਨ ਵੀ ਹੋਣਾ ਨਾਲ ਜ਼ਰੂਰੀ ਹੈ। ਪਰ ਅਸੀਂ ਇਹਨੂੰ ਕੋਈ ਮਤਲਬ ਹੈ ਵੀ ਐਜ਼ ਏ ਕੋਈ ਰੂਲ ਨਾ ਬਣਾ ਲਈਏ ਵੀ ਇਹ ਜਾਂ ਨਹੀਂ ਹੈ। ਇਹ ਮਜਬੂਰੀ ਜਾਂ ਕਿਸੇ ਦੀ ਮਜਬੂਰੀ ਜਿਹੜੀ ਉਹ ਵੀ ਸਮਝਣੀ ਚਾਹੀਦੀ ਹੈ। ਹੁਣ ਜਿਵੇਂ ਗੁਰਦੁਆਰਾ ਸਾਹਿਬਾਨ 'ਚ ਕੁਰਸੀਆਂ ਜਿਹੜੀਆਂ ਨੇ ਉਹ ਤਕਰੀਬਨ ਹੁਣ ਹਰ ਗੁਰਦੁਆਰਾ ਸਾਹਿਬਾਨ 'ਚ ਲੱਗੀਆਂ ਨੇ, ਤੇ ਇਹਨਾਂ ਦਾ ਕਈ ਵਿਰੋਧ ਵੀ ਕਰਦੇ ਨੇ। ਸਾਡੇ ਕਈ ਪ੍ਰਚਾਰਕ ਵੀ ਹੈ ਨੇ ਜਿਹੜੇ ਬੜਾ ਡਟ ਕੇ ਵਿਰੋਧ ਕਰਦੇ ਨੇ। ਪਰ ਦੂਸਰੇ ਪਾਸੇ ਇਹ ਜ਼ਰੂਰ ਸਮਝਣਾ ਚਾਹੀਦਾ ਬਈ ਹੁਣ ਕਿਉਂਕਿ ਜ਼ਮਾਨੇ ਦੀ ਚਾਲ ਦੇ ਨਾਲ ਅਸੀਂ ਦੇਖਦੇ ਹਾਂ ਕਿ ਅੱਗੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਤੰਦਰੁਸਤ ਹੁੰਦੇ ਸੀਗੇ। ਹੁਣ ਬਜ਼ੁਰਗੀ 'ਚ ਪਹੁੰਚਦਿਆਂ ਸਾਡੇ ਜੋ ਹਾਲਾਤ ਹੋ ਰਹੇ ਨੇ, ਤੇ ਆਮ ਤੌਰ ਤੇ ਗੋਡਿਆਂ ਦੀ ਤਕਲੀਫ ਹੁੰਦੀ ਹੈ ਜਾਂ ਕਿਸੇ ਨੂੰ ਔਕੜਨ ਦੀ ਤਕਲੀਫ ਹੁੰਦੀ ਹੈ, ਤੇ ਉਹਨਾਂ ਲਈ ਜੇ ਅਗਰ ਕੁਰਸੀਆਂ ਲਾਤੀਆਂ ਜਾਣ, ਉਹ ਕੁਰਸੀ ਤੇ ਬੈਠ ਵੀ ਜਾਣ ਸਾਈਡ ਤੇ ਮੈਂ ਸਮਝਦਾ ਕੋਈ ਹਰਜ ਨਹੀਂ ਹੈ। ਪਰ ਸਿਰਫ ਲੋੜਵੰਦ ਬੈਠੇ, ਦੂਸਰੇ ਨਾ ਬਹਿ ਜਾਣ। ਤੋ ਇਸ ਕਰਕੇ ਜਿਹੜੀਆਂ ਗੱਲਾਂ ਨੇ ਇਹ ਭਾਵੇਂ ਕਈ ਵਾਰੀ ਜੇ ਬਹਿਸ ਦਾ ਵਿਸ਼ਾ ਬਣ ਜਾਣ ਤੇ ਉਹ ਉਹਨਾਂ ਦਾ ਰਿਜ਼ਲਟ ਹੋਰ ਨਿਕਲਦਾ ਹੈ। ਬਹਿਸ ਦਾ ਵਿਸ਼ਾ ਨਹੀਂ ਬਣਾ ਰਹੇ ਅਸੀਂ ਵੀ, ਇਹ ਸਿਰਫ ਬੇਨਤੀ ਕਰ ਰਹੇ ਹਾਂ ਕਿ ਆਪਾਂ ਸੋਚਣਾ ਹੈਗਾ ਕਿ ਸਫਾਈ ਦਾ ਕਿਵੇਂ ਧਿਆਨ ਰੱਖਣਾ, ਉਹਦੇ ਮੁਤਾਬਕ ਜਾਂ ਪਾਣੀ ਹੈ ਜਾਂ ਨਹੀਂ ਪਾਣੀ, ਇਹ ਆਪਾਂ ਵਿਚਾਰ ਕਰ ਸਕਦੇ। ਤੋ ਵੀਰ ਜੀ ਨੇ ਦੱਸਿਆ ਹੀ ਹੈ, ਜੇ ਆਪਾਂ ਠੀਕ ਠਾਕ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਫਿਰ ਕਿਉਂ ਪਾ ਕੇ ਜਾਈਏ। ਤੋ ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਹਰੇਕ ਸੋਮਵਾਰ ਪ੍ਰੋਗਰਾਮ ਚੱਲਦਾ ਹੈ ਸਵਾਲ ਜਵਾਬ ਦਾ, ਇਹਦੇ ਲਈ ਆਪ ਜੀ ਸਵਾਲ ਭੇਜਦੇ ਰਹੋ। ਆਪ ਜੀ ਸਵਾਲਾਂ ਦੇ ਨਾਲ ਮੈਂ ਇਹ ਵੀ ਹਰ ਵਾਰੀ ਕਹਿਣਾ ਕਿ ਸਿਰਫ ਸਵਾਲ ਨਹੀਂ, ਸਾਨੂੰ ਤੁਹਾਡੇ ਸੁਝਾਅ ਵੀ ਚਾਹੀਦੇ। ਸਵਾਲ ਆਏ ਅਸੀਂ ਲੱਭ ਕੇ ਜਵਾਬ ਦੇ ਦਿੱਤਾ, ਉਹ ਵੱਖਰੀ ਗੱਲ ਹੈ, ਪਰ ਜੇ ਤੁਹਾਡਾ ਸੁਝਾਅ ਆਏਗਾ ਤੇ ਉਹਦੇ 'ਚ ਅਸੀਂ ਹੋ ਸਕਦਾ ਵੀ ਇਸ ਪ੍ਰੋਗਰਾਮ ਨੂੰ ਹੋਰ ਵੀ ਅੱਛਾ ਜਿਹੜਾ ਬਣਾ ਸਕਾਂਗੇ। ਇਸ ਕਰਕੇ ਕਿਰਪਾ ਕਰਕੇ ਹਰ ਹਫ਼ਤੇ ਕੋਸ਼ਿਸ਼ ਕਰੋ ਕਿ ਸਾਡੀ ਸੰਗਤ ਵਿੱਚ ਬੜੇ ਐਸੇ ਵਿਦਵਾਨ ਬੈਠੇ ਨੇ ਜਿਹੜੇ ਬੜੇ ਅੱਛੀ ਇਨਪੁਟ ਦੇ ਸਕਦੇ ਨੇ। ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸੁਝਾਅ ਹੀ ਨਹੀਂ ਬਲਕਿ ਉਹ ਆਪ ਵੀ ਸਮਾਂ ਲੈ ਕੇ ਕੋਈ ਨਾ ਕੋਈ ਟੌਪਿਕ ਜਿਹੜਾ ਹੈ ਉਹ ਸਾਡੇ ਨਾਲ ਸਾਂਝਾ ਕਰਿਆ ਕਰਨ। ਤੋ ਇਹ ਮੇਰੀ ਬੇਨਤੀ ਹੈ, ਉਹ ਵੀ ਪ੍ਰਵਾਨ ਕਰਨ। ਤੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਨਿਭਾਉਂਦੇ ਹਾਂ, ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਨੇ, ਉਹਨਾਂ ਲਈ ਮੈਂ ਆਪ ਪਾਸੋਂ ਖਿਮਾ ਮੰਗਦਾ। ਸੰਗਤ ਵਿੱਚ ਕੋਈ ਨਵਾਂ ਵੀਰ ਭੈਣ ਜੁੜੇ ਹੋਣ ਤਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰ ਸਕਦੇ ਨੇ ਜੀ। ਤੋ ਆਓ ਸਾਧ ਸੰਗਤ, ਅੱਜ ਦੀ ਕਾਰਗੁਜ਼ਾਰੀ 'ਚ ਹੋਈਆਂ ਭੁੱਲਾਂ ਲਈ ਖਿਮਾ, ਔਰ ਅਗਲੇ ਹਫ਼ਤੇ ਲਈ ਫੇਰ ਆਪ ਪਾਸੋਂ ਆਸ ਰੱਖ ਕੇ ਇਸੇ ਤਰ੍ਹਾਂ ਪੈਨਲ ਜਿਹੜਾ ਹੈ ਅਗਲੇ ਸੋਮਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।